देश दुनिया च वसते पंजाबियों को खुश आमदीद। मैं हरजिंदर सिंह रंधावा, तुस देख रहे हो पंजाब टेलीविजन और मेरे नाल ने सीनियर जर्नलिस्ट रजीव भास्कर जी और इंद्रप्रीत जी, दोनों ਨੂੰ जी आया। बहुत बहुत शुक्रिया रंधावा जी। साਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। गड्डे ते ना चढ़दी गडीरे ते ना चढ़दी, अगे बोलो चोबी तारा भली। बोलो तारा भास्कर साहब। पार्लीमेंट की नवीं बिल्डिंग का उद्घाटन हो गया, सारे देश ਨੂੰ ਵਧਾਈ ਦਿੰਦੇ ਆ ਤੇ ਗੱਲ ਤੋਰਦੇ ਆ ਅੱਗੇ। ਅੱਜ ਥੋੜਾ ਜਿਹਾ ਇੱਕ ਦੁਖਦ ਪਹਿਲੂ, 29 ਮਈ ਨੂੰ ਪਿਛਲੇ ਸਾਲ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ ਸੀ। 1 ਸਾਲ ਪੂਰਾ ਹੋ ਗਿਆ, ਸਾਈਕਲ ਵਾਂਗ ਘੁੰਮ ਕੇ ਸਾਲ ਮੁੜ 1 ਸਾਲ ਪੂਰਾ ਕਰ ਗਿਆ। ਇਸ ਹਾਈ ਪ੍ਰੋਫਾਈਲ ਕੇਸ ਦੇ ਵਿੱਚ ਹੁਣ ਤੱਕ ਦੀ ਪ੍ਰਗਤੀ ਰਿਪੋਰਟ ਕੀ ਆ, ਤੇ ਹੋਰ ਬਹੁਤ ਸਾਰੇ ਹਾਈ ਪ੍ਰੋਫਾਈਲ ਕੇਸ ਜਿਨ੍ਹਾਂ ਦੇ ਵਿੱਚ FIR ਰਜਿਸਟਰਡ ਹੋਈਆਂ ਪਰ ਗੱਲ ਅੱਗੇ ਕਿਉਂ ਨਾ ਤੁਰੀ। ਪੰਜਾਬ ਸਰਕਾਰ ਇਸ ਦਿਨ ਕੀ ਕੋ ਮੁਲਾਂਕਣ ਕਰੂਗੀ। ਕੁਝ ਉਹ ਕੇਸ ਜਿਹੜੇ ਕੇਸ ਸੱਚਮੁੱਚ ਬਹੁਤ ਪ੍ਰਾਥਮਿਕਤਾ ਮੰਗਦੇ ਸੀ, ਬਹੁਤ ਤਰਜੀਹੀ ਆਧਾਰ ਤੇ ਐਡਰੈਸ ਮੰਗਦੇ ਸੀ, ਕਿ ਉਹਨਾਂ ਦੇ ਉੱਤੇ ਕਿੱਥੇ ਗੱਲ ਅੜੀ ਰਹੀ। ਤੁਹਾਡੇ ਨਾਲ ਸਾਂਝ ਪਾਉਂਦੇ ਆ। ਸਿਸੋਦੀਆ, ਮਨੀਸ਼ ਸਿਸੋਦੀਆ, ਦਿੱਲੀ ਦੇ ਲਗਭਗ ਮੁੱਖ ਮੰਤਰੀ, ਉਹਨਾਂ ਦੇ ਖਿਲਾਫ CBI ਨੇ ਕਾਫੀ ਪਰਤਾਂ ਉਧੇੜ ਦਿੱਤੀਆਂ ਨੇ, ਕਾਫੀ ਪਰਦੇ ਫਰੋਲਤੇ ਨੇ ਔਰ ਅਦਾਲਤ ਨੇ ਇਹਦਾ ਸੰਗਿਆਨ ਵੀ ਲਿਆ। ਹੁਣ ਇਹਦੇ ਉੱਤੇ ਤੁਹਾਡੇ ਨਾਲ ਸਾਂਝ ਪਾਉਨੇ ਕਿ ਕੀ ਕਿਤੇ ਪੰਜਾਬ ਵਾਲੇ ਜਾਂਚ ਤਾਂ ਨਹੀਂ ਤੁਰਦੀ, ਹੌਲੀ ਹੌਲੀ ਸਰਕਦੀ ਸਾਡੇ ਅਧਿਕਾਰੀਆਂ ਲਈ ਖੌਫ ਬਣਦੀ ਜਾਵੇ, ਕੋਈ ਮਿਨਿਸਟਰ ਵੀ ਉਲਝਿਆ ਜਿਹਾ ਮਹਿਸੂਸ ਕਰੇ। ਸਾਡੀ ਐਕਸਾਈਜ਼ ਪਾਲਿਸੀ ਦੂਜੇ ਸਾਲ ਚ ਦਾਖਲ ਹੋ ਗਈ, ਪਤਾ ਲੱਗੇ ਪਹਿਲੇ ਦੀਆਂ ਹੀ ਪਰਤਾਂ ਫਰੋਲੀ ਜਾਂਦੇ ਹੋਣ। ਗੱਲ ਅੱਗੇ ਤੋਰਾਂਗੇ। ਸਪੋਕਸਮੈਨ ਅਖਬਾਰ ਔਰ ਵੈਬ ਚੈਨਲ ਆਪਣੇ ਆਪ ਦੇ ਵਿੱਚ ਕਾਫੀ ਵੱਡਾ ਅਦਾਰਾ ਬਣ ਚੁੱਕਿਆ। ਉਹਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਮਾਫੀ ਮੰਗਣ ਲਈ ਕਿਹਾ, ਉਹ ਅਦਾਲਤ ਜਾਣ ਲਈ ਕਹਿ ਰਹੇ ਨੇ ਜੇ ਸੁਖਬੀਰ ਬਾਦਲ ਮਾਫੀ ਨਹੀਂ ਮੰਗਦੇ ਤਾਂ। ਅਗਲਾ ਮਾਮਲਾ ਵੀ ਕਾਫੀ ਅਹਿਮ ਆ। ਪੰਜਾਬ ਇਨਫੋਟੈਕ ਦੇ ਚੇਅਰਮੈਨ ਲਾਏ ਨੇ GS ਜਵੰਦਾ। ਤੁਹਾਨੂੰ ਯਾਦ ਹੋਣਾ ਗਵਰਨਰ ਸਾਹਿਬ ਨੇ ਪੰਜਾਬ ਸਰਕਾਰ ਨੂੰ ਇੱਕ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਸੀ, ਜਵੰਦਾ ਸਾਹਿਬ ਤੇ ਕੁਝ ਇਤਰਾਜ਼ ਉਠਾਏ ਸੀ। ਕੀ ਸਰਕਾਰ ਨੇ ਇਤਰਾਜ਼ ਦੂਰ ਕਰਤੇ। 2 ਮੰਤਰੀ ਉਹਨਾਂ ਦੀ ਤਾਜਪੋਸ਼ੀ ਮੌਕੇ ਹਾਜ਼ਰ ਸੀ, ਪੂਰੇ ਮਾਣ ਸਨਮਾਨਾਂ ਨਾਲ ਉਹਦਾ ਗ੍ਰਹਿਣ ਕੀਤਾ ਗਿਆ। ਹੁਣ ਵੇਖਣ ਵਾਲੀ ਗੱਲ ਆ ਵੀ ਕੀ ਗਵਰਨਰ ਸਾਹਿਬ ਨੂੰ ਮਨਾ ਲਿਆ ਜਾਂ ਗਵਰਨਰ ਸਾਹਿਬ ਨੂੰ ਕਿਹਾ ਕਿ ਤੁਸੀਂ ਗਵਰਨਰ ਹੋਵੋਗੇ, ਆਪਣੇ ਘਰ ਹੋਵੋਗੇ, ਜਾਂ ਅਸੀਂ ਤੁਹਾਨੂੰ ਕੱਖ ਨਹੀਂ ਸਮਝਦੇ। ਨੀਤੀ ਆਯੋਗ ਦੀ ਮੀਟਿੰਗ 'ਚ 10 ਮੁੱਖ ਮੰਤਰੀ ਸ਼ਾਮਲ ਨਹੀਂ ਹੋਏ, ਪਰ ਸਾਡੇ ਐਨ ਗਵੰਡੀ ਸ਼ਰੀਕ ਛੋਟੇ ਭਰਾ ਹਿਮਾਚਲ ਦੇ ਮੁੱਖ ਮੰਤਰੀ ਸ਼ਾਮਲ ਹੋਏ, ਆਪਣੀ ਗੱਲ ਰੱਖੀ ਆ। ਮੈਨੂੰ ਲੱਗਦਾ ਕੁਝ ਨਾ ਕੁਝ ਬਾਰੀ ਬਰਸੀ ਖੱਟਣ ਗਿਆ ਸੀ ਵਾਲੀ ਗੱਲ ਆ, ਕੁਝ ਖੱਟ ਹੀ ਲਿਆਉਣਗੇ। ਇੱਕ ਖਬਰ ਜਿਹੜੀ ਬਹੁਤ ਅਹਿਮ ਆ ਔਰ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਸਾਡੇ 12ਵੀਂ ਤੇ 10ਵੀਂ ਦੇ ਨਤੀਜਿਆਂ ਤੋਂ ਬੜੇ ਖੁਸ਼ ਹੋਏ, ਤੇ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜਿਹੜੇ ਸਿੱਖਿਆ ਲਈ ਸਮਰਪਿਤ ਨੇ ਔਰ ਪ੍ਰਿੰਸੀਪਲ ਸੈਕਟਰੀ, ਇਹਨਾਂ ਤਿੰਨਾਂ ਦੇ ਧਿਆਨ 'ਚ ਮੈਂ ਲਿਆਉਣਾ ਚਾਹੁੰਦਾ। ਅੰਮ੍ਰਿਤਸਰ ਦੇ ਵਿੱਚ ਤੁਹਾਡਾ ਹੀ ਇੱਕ ਸਕੂਲ ਹੈ ਪਹਿਲ ਨਾਂ ਤੇ, ਇਹ ਗਵਰਨਮੈਂਟ ਦਾ ਰਿਸੋਰਸ ਸੈਂਟਰ ਹੈ, ਇਹ ਸਪੈਸ਼ਲ ਜ਼ਰੂਰਤ ਵਾਲੇ ਬੱਚਿਆਂ ਲਈ ਆ। ਉਹ ਬੜਾ ਕਮਾਲ ਦਾ ਕੰਮ ਕਰ ਰਿਹਾ। ਉਹਨਾਂ ਨੇ 10ਵੀਂ ਤੇ 12ਵੀਂ ਦੇ ਨਤੀਜਿਆਂ ਦੇ ਵਿੱਚ ਬਹੁਤ ਬਿਹਤਰ ਕੀਤਾ। ਇਹ ਉਹ ਬੱਚੇ ਆ ਜਿਨ੍ਹਾਂ ਨੂੰ ਘਰ ਵਾਲੇ ਨਹੀਂ ਸਾਂਭ ਸਕਦੇ। ਇਹਨਾਂ ਦੇ ਵਿੱਚ ਉਹ ਬੱਚੇ ਜਿਹੜੇ ਕਈ ਬੋਲ ਨਹੀਂ ਸਕਦੇ, ਤੁਰ ਨਹੀਂ ਸਕਦੇ, ਉਹਨਾਂ ਨੇ ਖੇਡਾਂ 'ਚ ਵੀ ਬੜੀਆਂ ਮੱਲਾਂ ਮਾਰੀਆਂ ਔਰ ਉਹਨਾਂ ਬੱਚਿਆਂ ਨੇ ਸੱਭਿਆਚਾਰਕ ਖੇਤਰਾਂ 'ਚ ਵੀ ਕਾਫੀ ਆਪਣਾ ਆਪ ਦਿਖਾਇਆ। ਸੋ ਇਹਨਾਂ ਬੱਚਿਆਂ ਨੂੰ ਧਿਆਨ ਦੀ ਬਹੁਤ ਲੋੜ ਹੁੰਦੀ ਹੈ। ਜੇ ਮੁੱਖ ਮੰਤਰੀ ਕੋਲ ਸਮਾਂ ਹੈ ਨਹੀਂ ਤਾਂ ਘੱਟੋ ਘੱਟ ਸਿੱਖਿਆ ਮੰਤਰੀ ਇਹਨਾਂ ਨਾਲ ਜ਼ਰੂਰ ਸਮਾਂ ਬਿਤਾਉਣ। ਉਹ ਬੱਚੇ ਜਿਹੜੇ ਕੁਦਰਤ ਵੱਲੋਂ ਕਿਤੇ ਵਾਂਝੇ ਰਹਿ ਗਿਆ, ਉੱਥੇ ਸਾਡੀ ਡਿਊਟੀ ਜ਼ਿਆਦਾ ਵੱਡੀ ਆ। ਤੁਸੀਂ ਦਰਕਨਾਰ ਕਰੋਗੇ, ਧਿਆਨ ਨਹੀਂ ਦਿਓਗੇ, ਫਿਰ ਬਾਕੀ ਤੁਹਾਡੇ ਜਿੰਨੇ ਯਤਨ ਨੇ ਉਹਨਾਂ ਨੂੰ ਕਿਸੇ ਖਾਤੇ 'ਚ ਨਹੀਂ ਰੱਖਿਆ ਜਾ ਸਕਦਾ। ਸੋ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਇੱਥੇ ਧਿਆਨ ਦੇਣ ਦੀ ਲੋੜ ਹੈ। ਹੁਣ ਚੱਲਦੇ ਆ ਇੰਦਰਪ੍ਰੀਤ ਜੀ ਵੱਲ, ਮੇਨ ਮੁੱਦੇ ਵੱਲ। ਇੰਦਰਪ੍ਰੀਤ ਜੀ, ਮੇਰੀ ਸਾਂਝ ਪਵਾਓ ਉਹਨਾਂ ਘਟਨਾਵਾਂ ਨਾਲ ਜਿਹੜੀਆਂ ਹਾਈ ਪ੍ਰੋਫਾਈਲ ਰਹੀਆਂ, ਜਿਹੜੀਆਂ ਕੇਸਸ ਦੇ ਰੂਪ 'ਚ ਅੱਗੇ ਵਧੀਆਂ, ਜਿਨ੍ਹਾਂ 'ਚ FIR ਹੋਈਆਂ, ਕੇਸ ਰਜਿਸਟਰਡ ਹੋਏ, ਲੇਕਿਨ ਅੰਜਾਮ ਤੱਕ ਨਾ ਪਹੁੰਚੇ, ਤਫਤੀਸ਼ ਕਿਸੇ ਸਿਰੇ ਨਾ ਲੱਗੀ। ਸਿੱਧੂ ਮੂਸੇਵਾਲੇ ਦੇ ਕਤਲ ਹੋਏ ਨੂੰ ਪੂਰਾ ਸਾਲ ਘੁੰਮ ਕੇ ਵਾਪਸ ਉੱਥੇ ਆ ਕੇ ਖੜਾ ਹੋ ਗਿਆ। ਕੀ ਕਹਿੰਦੇ ਹੋ ਰੰਧਾਵਾ ਸਾਹਿਬ? ਜੇ ਆਪਾਂ ਸਿੱਧੂ ਮੂਸੇਵਾਲਾ ਸਾਹਿਬ ਤੋਂ ਹੀ ਸ਼ੁਰੂ ਕਰਨਾ ਤਾਂ, ਕਿਉਂਕਿ ਅੱਜ ਉਹਨਾਂ ਦੀ ਬਰਸੀ ਹੈ ਇੱਕ ਤਰ੍ਹਾਂ ਦੀ, ਅੱਜ ਪੂਰਾ 1 ਸਾਲ ਹੋ ਗਿਆ, ਤਾਂ ਉੱਥੋਂ ਹੀ ਕਰ ਲੈਂਦੇ ਆ। ਬਾਕੀ ਕੇਸਿਸ ਵੀ ਉਨੇ ਹੀ ਇੰਪੋਰਟੈਂਟ ਨੇ ਹਾਲਾਂਕਿ, ਲੇਕਿਨ ਕਿਉਂਕਿ ਇਹ ਸਿੱਧੂ ਮੂਸੇਵਾਲਾ ਦਾ ਕਤਲ ਦਾ ਮਾਮਲਾ ਹੈ, ਬਾਕੀ ਕੋਈ ਕਤਲ ਦੇ ਮਾਮਲਾ ਕੋਈ ਨਹੀਂ ਹੈ, ਇਹ ਕਤਲ ਦਾ ਮਾਮਲਾ। ਔਰ ਬਹੁਤ ਯੰਗ ਏਜ 'ਚ ਮੁੰਡਾ ਸਾਡਾ ਚਲਾ ਗਿਆ, ਜਿਹਨੇ ਮਤਲਬ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ ਨੂੰ ਪਹੁੰਚਾਇਆ ਹੈ, ਉਹ ਚਲਾ ਗਿਆ। ਤੇ ਉਹਦਾ ਕੇਸ ਜੋ ਹੈ ਉਹ ਹਜੇ ਤੱਕ ਉਸੇ ਥਾਂ ਤੇ ਹੀ ਖੜਾ ਹੈ, ਕਿਉਂਕਿ ਜਦੋਂ ਮੈਂ ਉਹਨਾਂ ਦੇ ਫਾਦਰ
ਬਲਕੌਰ ਸਿੰਘ ਹੋਰਾਂ ਨੂੰ ਜਾਂ ਉਹਨਾਂ ਦੇ ਮਦਰ ਹੋਰਾਂ ਨੂੰ ਥਾਂ ਥਾਂ ਤੇ ਜਾ ਕੇ ਸਰਕਾਰ ਪ੍ਰਤੀ ਦੁਹਾਈ ਪਾਉਂਦਾ ਹੋਇਆ ਦੇਖਦਾ ਤਾਂ ਬੜਾ ਤਕਲੀਫ ਵੀ ਹੁੰਦੀ ਹੈ, ਦੁੱਖ ਵੀ ਹੁੰਦਾ ਹੈ ਵੀ ਇੱਕ ਪਰ ਜਵਾਨੀ 'ਚ ਜਿਹੜਾ ਮੁੰਡਾ ਚਲਾ ਗਿਆ ਉਹਦੇ ਪਿਓ ਨੂੰ ਹਜੇ ਤੱਕ ਇਨਸਾਫ ਨਹੀਂ ਮਿਲ ਸਕਿਆ ਹੈ। ਇਹਦੇ ਬਾਰੇ ਕਈ ਵਾਰੀ ਮਤਲਬ ਇੱਥੇ ਸਰਕਾਰ ਦੇ ਵਿੱਚ ਗੱਲਾਂ ਵੀ ਕਰੀਦੀਆਂ, ਜਿੰਨੇ ਸਰਕਾਰ ਦੇ ਮੰਤਰੀ ਹੈਗੇ ਆ ਜਾਂ ਉਹਨਾਂ ਦੇ ਅਫਸਰ ਹੈਗੇ ਆ, ਪੁਲਿਸ ਅਧਿਕਾਰੀ ਹੈਗੇ ਆ, ਉਹਨਾਂ ਨਾਲ ਵੀ ਗੱਲ ਕਰੀਦੀ ਹੈ ਵੀ ਯਾਰ ਇਹ ਜਾਂ ਕੀ ਹੈ ਵੀ ਤੁਸੀਂ ਹਜੇ ਤੱਕ ਉਹਨਾਂ ਨੂੰ ਫੜ ਨਹੀਂ ਸਕੇ। ਤਾਂ ਉਹਨਾਂ ਦਾ ਫਿਰ ਇੱਕੋ ਹੀ ਮਤਲਬ ਜਿਹੜਾ ਉਹ ਹੁੰਦਾ ਹੈ ਕੀ ਨਾਮ ਆਪਣੀ ਦਲੀਲ ਇੱਕੋ ਹੀ ਹੁੰਦੀ ਹੈ ਉਹਨਾਂ ਕੋਲੇ ਕਿ ਜੀ ਜਿਹੜੇ ਇੱਥੇ ਸੀਗੇ ਜਿੰਨੇ ਵੀ ਸੀਗੇ 2 ਦਰਜਨ ਤੋਂ ਵੱਧ ਅਸੀਂ ਫੜ ਕੇ ਅੰਦਰ ਦੇਤੇ ਹੈ। ਮੇਨ ਜਿਹੜੇ ਕਲਪਿਤ ਹੈਗੇ ਆ ਗੋਲਡੀ ਬਰਾੜ ਹੋਣੇ ਆ ਜਿਹੜੇ ਵੀ ਉਹ ਕੈਨੇਡਾ ਦੇ ਵਿੱਚ ਹੈ, ਜਿਨ੍ਹਾਂ ਨੂੰ ਲਿਆਉਣ ਲਈ ਅਸੀਂ ਗਵਰਨਮੈਂਟ ਆਫ ਇੰਡੀਆ ਨਾਲ ਟੇਕ ਅਪ ਕੀਤਾ ਹੋਇਆ ਤੇ ਉਹ ਜਦੋਂ ਆ ਜਾਣਗੇ ਅਸੀਂ ਉਹਨਾਂ ਨੂੰ ਵੀ ਫੜ ਕੇ ਅੰਦਰ ਕਰ ਦੇਣਾ। ਸੋ ਕਈ ਵਾਰੀ ਉਹਨਾਂ ਨੂੰ ਉਸ ਕੈਨੇਡਾ 'ਚ ਫੜੇ ਜਾਣ ਦੀਆਂ ਗੱਲਾਂ ਵੀ ਆਈਆਂ ਸੀ, ਲੇਕਿਨ ਉਹ ਬਾਅਦ 'ਚ ਗਲਤੀ ਸਾਬਿਤ ਹੋਈਆਂ, ਨਹੀਂ ਅਰੈਸਟ ਨਹੀਂ ਹੈਗਾ। ਜਿਹੜੇ ਬਲਕੌਰ ਸਿੰਘ ਨੇ ਤੁਸੀਂ ਦੇਖੋ ਉਹ ਇੱਕੋ ਹੀ ਗੱਲ ਕਹਿ ਰਹੇ ਨੇ ਵੀ ਮੈਨੂੰ ਆ ਛੋਟੇ ਮੋਟੇ ਜਿਹੜੇ ਫੜੇ ਨੇ ਇਹਨਾਂ ਨਾਲ ਕੋਈ ਮਤਲਬ ਨਹੀਂ, ਜਦ ਤੱਕ ਜਿਹੜਾ ਮੇਨ ਹੈਗਾ ਗੋਲਡੀ ਬਰਾੜ ਉਹ ਨਹੀਂ ਫੜਿਆ ਜਾ ਰਿਹਾ ਤਾਂ ਤੱਕ ਮੈਂ ਕੋਈ ਸੰਤੁਸ਼ਟ ਨਹੀਂ ਇਸ ਜਾਂਚ ਤੋਂ, ਜਦ ਤੱਕ ਮੇਰੀ ਸੰਤੁਸ਼ਟੀ ਉਹਦੇ ਨਾਲ ਹੀ ਹੁੰਦੀ ਹੈ। ਤੇ ਉਹ ਸਰਕਾਰ ਹੁਣ ਉਹਨਾਂ ਨੂੰ ਕਿਵੇਂ ਸੰਤੁਸ਼ਟ ਕਰਦੀ ਹੈ, ਕਿਵੇਂ ਕਰੇਗੀ, ਇਹਦਾ ਵੀ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਵੀ ਸਰਕਾਰ ਜਿਵੇਂ ਹੁਣ ਕੋਈ ਬਹੁਤਾ ਕੋਈ ਹੁਣ ਧਿਆਨ ਦੇ ਨਹੀਂ ਰਹੀ ਉਹਨਾਂ ਵੱਲ। ਤੁਹਾਨੂੰ ਯਾਦ ਹੋਊਗਾ ਜਦੋਂ ਉਹ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਬਾਹਰ ਬੈਠ ਗਏ ਸੀਗੇ ਧਰਨੇ ਤੇ, ਤਾਂ ਕੁਲਦੀਪ ਧਾਲੀਵਾਲ ਉਹਨਾਂ ਨੇ ਉਹਨਾਂ ਨੂੰ ਮਨਾਇਆ ਸੀ ਤੇ ਕਿਹਾ ਸੀਗਾ ਕਿ ਮੈਂ ਤੁਹਾਡੀ ਚੀਫ ਮਿਨਿਸਟਰ ਨਾਲ ਮੁਲਾਕਾਤ ਕਰਵਾਉਂਗਾ, ਪਰ ਅੱਜ ਕਿੰਨਾ ਮਹੀਨੇ ਹੋ ਗਏ ਆ ਉਹ ਮੁਲਾਕਾਤ ਹਜੇ ਤੱਕ ਨਹੀਂ ਹੋ ਸਕੀ। ਉਹ ਬਾਅਦ ਚ ਜਲੰਧਰ ਇਲੈਕਸ਼ਨਾਂ ਦੌਰਾਨ ਵੀ ਮਤਲਬ ਆਪਣੀ ਕੈਂਪੇਨ ਕਰਦੇ ਰਹੇ, ਪਰ ਉਹ ਮਤਲਬ ਸਿਰੇ ਨਹੀਂ ਚੜੀ। ਮਤਲਬ ਗੱਲ ਆਪਾਂ ਇੱਥੇ ਮੁਕਾਈਏ ਵੀ ਸਿਰੇ ਨਹੀਂ ਚੜੀ ਇਹ ਗੱਲ, ਹਜੇ ਵੀ ਉਹਨਾਂ ਦੀ ਤਕਲੀਫ ਉੱਥੇ ਹੀ ਖੜੀ ਹੈ। ਦੂਜਾ ਇੱਕ ਹੋਰ ਸਭ ਤੋਂ ਇੰਪੋਰਟੈਂਟ ਕੇਸ ਸੀਗਾ ਜਿਹਦੇ ਕਰਕੇ ਗਵਰਨਰ ਸਾਹਿਬ ਤੇ ਮੁੱਖ ਮੰਤਰੀ ਦੇ ਵਿੱਚ ਬਹੁਤ ਟਸਲ ਵੱਧ ਗਈ ਸੀ, ਉਹ ਸੀਗਾ ਆਪਰੇਸ਼ਨ ਲੋਟਸ। ਆਪਰੇਸ਼ਨ ਲੋਟਸ ਦੇ ਵਿੱਚ ਤਾਂ ਚੀਮਾ ਸਾਹਿਬ ਜਿਹੜੇ ਹਰਪਾਲ ਚੀਮਾ ਹੈਗੇ ਨੇ ਉਹ ਖੁਦ ਜਾ ਕੇ ਡੀਜੀਪੀ ਆਫਿਸ 'ਚ ਕੰਪਲੇਂਟ ਦਰਜ ਕਰਵਾ ਕੇ ਆਏ ਸੀ ਕਿ ਸਾਡੇ ਜਿਹੜੇ ਐਮਐਲਏਜ਼ ਨੂੰ ਖਰੀਦਣ ਦੇ ਯਤਨ ਕੀਤੇ ਜਾ ਰਹੇ ਨੇ। ਤੁਸੀਂ ਦੇਖੋ ਉਸ ਨੂੰ ਵੀ ਲਗਭਗ 6 ਮਹੀਨੇ ਹੋ ਚੁੱਕੇ, ਕੋਈ ਉਹਦੇ ਤੇ ਕੋਈ ਪ੍ਰਗਤੀ ਨਹੀਂ ਹੈਗੀ, ਕੁਝ ਨਹੀਂ ਦੱਸਿਆ ਜਾ ਰਿਹਾ ਵੀ ਕਿਹਨੂੰ ਫੜਿਆ ਕਿਹਨੂੰ ਨਹੀਂ ਫੜਿਆ, ਕੋਈ ਜਾਂਚ ਕਰ ਵੀ ਰਿਹਾ ਹੈ ਇਹਦੀ ਕਿ ਨਹੀਂ ਕਰ ਰਿਹਾ। ਸੋ ਇਹ ਸਾਰਾ ਮਤਲਬ ਮਾਮਲਾ ਉੱਥੇ ਦਾ ਉੱਥੇ ਹੀ ਖੜਾ ਹੈ। ਇਸੇ ਤਰ੍ਹਾਂ ਦੇ ਹੋਰ ਦੇ ਵੀ ਕੇਸ ਹੈਗੇ ਹੈ, ਜਿਨ ਤੁਸੀਂ ਇਰੀਗੇਸ਼ਨ ਸਕੈਮ ਲਗਾਓ ਤਾਂ ਇਰੀਗੇਸ਼ਨ ਸਕੈਮ ਦੇ ਵਿੱਚ ਠੀਕ ਹੈ ਮਤਲਬ 8 ਸਾਲ ਤੋਂ ਚੱਲੀ ਜਾ ਰਿਹਾ ਹੈ, ਔਰ ਉਹਦੇ ਵਿੱਚ ਤੁਸੀਂ ਜਿਹੜੇ ਅਫਸਰ ਹੈਗੇ ਆ ਉਹਨਾਂ ਤੋਂ ਬਾਰ-ਬਾਰ ਉਹਨਾਂ ਨੂੰ ਬੁਲਾਇਆ ਜਾ ਰਿਹਾ ਹੈ, ਲੇਕਿਨ ਹਜੇ ਤੱਕ ਅਸੀਂ ਉਹਨੂੰ ਵੀ ਅੱਗੇ ਨਹੀਂ ਲਿਜਾ ਸਕੇ ਜਾਂ ਕਿਸੇ ਸਿਰੇ ਤੇ ਨਹੀਂ ਚੜਾ ਸਕੇ। PSIEC ਦਾ ਸਕੈਮ ਉਹ ਤਾਂ ਬਹੁਤ ਹੀ ਜ਼ਿਆਦਾ ਵੱਧ ਗਿਆ ਜਦੋਂ ਪੂਰੀ IAS ਐਸੋਸੀਏਸ਼ਨ ਇੱਕ ਪਾਸੇ ਖੜ ਗਈ, PCS ਐਸੋਸੀਏਸ਼ਨ ਅਲੱਗ ਮਾਮਲੇ 'ਚ ਉਸੇ ਨੂੰ ਲੈ ਕੇ ਇੱਕ ਪਾਸੇ ਖੜ ਗਈ, ਪਰ ਹਜੇ ਤੱਕ ਵੀ ਉਹ IAS ਜਾਂ ਹੋਰ ਜਿਹੜੇ ਹੈਗੇ ਨੇ ਉਹਨਾਂ ਦੇ ਖਿਲਾਫ ਕੁਝ ਨਹੀਂ ਹੋਇਆ। ਉਹ ਸੁਪਰੀਮ ਕੋਰਟ ਤੋਂ ਜਾ ਕੇ ਰਾਹਤ ਲੈ ਆਏ ਹੈ, ਪਰ ਹਜੇ ਮੈਨੂੰ ਲੱਗਿਆ ਵੀ ਇਹ ਵੀ ਪਤਾ ਲੱਗਿਆ ਵੀ ਉਹਨਾਂ ਦੀ ਸ਼ਾਇਦ ਪੋਸਟਿੰਗ ਵੀ ਨਹੀਂ ਹੋਈ ਹੈ, ਉਹ ਸ਼ਾਇਦ ਛੁੱਟੀ ਤੇ ਹੀ ਚੱਲੀ ਜਾ ਰਹੇ ਨੇ ਹਜੇ ਜਿਹੜੇ IAS ਦੀ ਮੈਂ ਗੱਲ ਕਰ ਰਿਹਾ ਹਾਂ। ਇਸੇ ਤਰ੍ਹਾਂ ਹੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ ਹੈਗਾ, ਤੁਸੀਂ ਉਹ ਦੇਖੋ ਵੀ 2 SITਆਂ ਬਣ ਚੁੱਕੀਆਂ ਉਹਦੇ ਤੇ ਕਿਹਾ ਗਿਆ ਇਹ ਕਿ 15 ਦਿਨ ਦੇ ਅੰਦਰ ਰਿਪੋਰਟ ਦਿਓ। ਕਿੰਨੇ 15 ਦਿਨ ਹੋਰ ਉਡੀਕਣੇ ਨੇ? ਕਿ ਮੁੱਖ ਮੰਤਰੀ ਜਿਹੜੇ ਮਤਲਬ ਜਿਨ੍ਹਾਂ ਕੋਲ ਹੋਮ ਡਿਪਾਰਟਮੈਂਟ ਵੀ ਹੈ ਉਹ ਜਦੋਂ ਇਸ ਕਿਸਮ ਦੇ ਆਰਡਰ ਕਰਦੇ ਹੈ ਤਾਂ ਕੀ CMO ਦੇ ਜਿਹੜੇ ਅਧਿਕਾਰੀ ਨੇ ਉਹਨਾਂ ਆਰਡਰਸ ਨੂੰ ਵੀ CM ਨੇ ਇਹ ਆਰਡਰ ਕੀਤਾ ਸੀਗਾ, ਇਸ ਗੱਲ ਤੇ ਉੱਤੇ ਕੋਈ ਕੰਮ ਨਹੀਂ ਕਰਦੇ ਕਿ ਅਸੀਂ ਇਹ ਤੋਂ ਪਤਾ ਤਾਂ ਕਰੀਏ ਵੀ ਯਾਰ ਜਿਹੜੇ ਇਹ ਕੀਤੇ ਸੀਗੇ ਆਰਡਰ ਇਹਨਾਂ ਦਾ ਹੋਇਆ ਕੀ? 15 ਦਿਨ ਤੋਂ ਬਾਅਦ ਕਿੰਨੇ 15 ਦਿਨ ਹੋਰ ਲੰਘ ਗਏ ਤਾਂ ਉਹ ਕੀ CM ਦੇ ਆਰਡਰ ਦਾ ਕੋਈ ਮਤਲਬ ਹੀ ਨਹੀਂ ਹੈਗਾ। ਮਤਲਬ ਮੈਂ ਅਧਿਕਾਰੀਆਂ ਤੇ ਵੀ ਕਈ ਵਾਰ ਬੜਾ ਇਸ ਗੱਲ ਤੋਂ ਹੋਣਾ ਵੀ ਹੈਰਾਨ ਹੁੰਦਾ ਵੀ ਜਿਹੜੇ CMO ਦੇ ਅਧਿਕਾਰੀ ਨੇ ਉਹਨਾਂ ਨੂੰ ਤਾਂ ਘੱਟੋ ਘੱਟ ਜਿਨ੍ਹਾਂ ਕੋਲ ਵੀ ਹੋਮ ਡਿਪਾਰਟਮੈਂਟ ਹੈ, ਜੋ ਵੀ ਹੋਮ ਡਿਪਾਰਟਮੈਂਟ ਜਾਂ ਜੇਲ੍ਹ ਡਿਪਾਰਟਮੈਂਟ ਜਿਹੜਾ ਵੀ ਅਧਿਕਾਰੀ ਉੱਥੇ ਦੇਖ ਰਿਹਾ ਹੈ ਕਿ ਉਹਦੀ ਇੰਨੀ ਕੁ ਜ਼ਿੰਮੇਵਾਰੀ ਬਣਦੀ ਹੈ ਕਿ ਨਹੀਂ ਕਿ ਉਹ DGP ਨੂੰ ਫੋਨ ਕਰਕੇ ਜਾਂ SIT ਨੂੰ ਫੋਨ ਕਰਕੇ ਉਹਦੀ ਪ੍ਰਗਤੀ ਰਿਪੋਰਟ ਲਵੇ ਜਾਂ ਹੋਮ ਸੈਕਟਰੀ ਨੂੰ ਫੋਨ ਕਰਕੇ ਉਹਦੀ ਪ੍ਰਗਤੀ ਰਿਪੋਰਟ ਲਵੇ ਵੀ 15 ਦਿਨ ਦਾ ਟਾਈਮ ਦਿੱਤਾ ਸੀ, ਤੁਸੀਂ ਹਜੇ ਤੱਕ ਕੀ ਪ੍ਰੋਗਰੈਸ ਹੋਈ ਹੈ ਉਹਦੇ ਤੇ ਸਾਨੂੰ ਦੱਸਿਆ ਜਾਏ। ਮੈਨੂੰ ਤਾਂ ਲੱਗਦਾ ਕਿ ਜਦੋਂ ਇਹ ਦਬਾਅ CM ਦਾ ਪੈਂਦਾ ਹੋਊਗਾ ਤਾਂ ਸ਼ਾਇਦ ਅਧਿਕਾਰੀ ਕੰਮ ਕਰਦੇ ਹੋਣਗੇ, ਜਾਂ ਫਿਰ ਇਹਦਾ ਦੂਜਾ ਫਿਰ ਇਹ ਨਿਕਲਦਾ ਹੈ ਕਿ ਸਿਰਫ ਆਰਡਰਸ ਕਰ ਦੋ ਕਰੋ ਨਾ, ਇਹ ਵੀ ਇੱਕ ਪਹਿਲੂ ਆਉਂਦਾ। ਫਿਰ ਲੋਕਾਂ ਦੇ ਮਨਾਂ 'ਚ ਇਹ ਪਰਸੈਪਸ਼ਨ ਬਣਨ ਨੂੰ ਫਿਰ ਬਹੁਤ ਦੇਰ ਨਹੀਂ ਲੱਗੂਗੀ ਕਿ ਜਿਹੜੇ ਆਰਡਰਸ ਨੇ ਇਹ ਸਿਰਫ ਲੋਕਾਂ ਨੂੰ ਸੁਣਾਉਣ ਵਾਸਤੇ ਤਾਂ ਹੈਗੇ ਨੇ,
ਪਰ ਅਧਿਕਾਰੀਆਂ ਨੂੰ ਨਾਲ ਦੀ ਨਾਲ ਅਗਲੇ ਬੰਨੇ ਇਹ ਵੀ ਕਹਿ ਦਿੱਤਾ ਜਾਂਦਾ ਹੈ ਵੀ ਨਹੀਂ, ਇਹਦੇ ਤੇ ਕਰਨ ਦੀ ਕੁਝ ਲੋੜ ਨਹੀਂ, ਬਸ ਤੁਸੀਂ ਸਿੱਟ ਬਣਾਤੀ, ਆਪਣਾ ਘਰੇ ਬੈਠੋ ਆਰਾਮ ਨਾਲ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਮਾਮਲੇ ਨੇ। IT ਐਕਟ ਦੇ ਅਧੀਨ ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਦੇ ਖਿਲਾਫ ਵੀ ਪਰਚਾ ਹੋਇਆ ਸੀ, ਉਹ ਵੀ ਉੱਥੇ ਹੀ ਪਿਆ, ਉਹਦਾ ਕੋਈ ਪਤਾ ਨਹੀਂ ਕਿ ਉਹਦਾ ਕੁਝ ਕਰਨਗੇ ਕਿ ਨਹੀਂ ਕਰਨਗੇ। ਇੰਦਰਪ੍ਰੀਤ ਜੀ, ਸਭ ਤੋਂ ਹਾਈ ਪ੍ਰੋਫਾਈਲ ਮਾਮਲੇ ਵਿਕਰਮ ਮਜੀਠੀਆ ਦੇ ਖਿਲਾਫ ਡਰੱਗਸ ਮਾਮਲੇ ਦੇ ਵਿੱਚ ਜਿਹੜਾ ਕੇਸ ਹੈ ਉਹਦਾ ਕੋਈ ਸਿਰ ਮੂੰਹ ਨਹੀਂ। ਅਦਾਲਤ ਵਿੱਚ ਸੁਪਰੀਮ ਕੋਰਟ 'ਚ ਗਈ ਹੋਈ ਹੈ ਪੰਜਾਬ ਸਰਕਾਰ ਉਹਦੀ ਜ਼ਮਾਨਤ ਰੱਦ ਕਰਾਉਣ ਲਈ, ਪਰ ਇਨਵੈਸਟੀਗੇਸ਼ਨ ਦੇ ਨਾਂ ਤੇ SIT ਬਦਲ ਦੇਣੀ ਕਾਫੀ ਨਹੀਂ ਹੁੰਦੀ। ਇਹਦੀ ਕੀ ਗਹਿ ਗੱਚ ਇਨਵੈਸਟੀਗੇਸ਼ਨ ਹੋਈ ਆ? ਰਾਜਜੀਤ ਸਿੰਘ ਦਾ ਮਾਮਲਾ ਆਉਂਦਾ ਹੈ, ਰਾਜਜੀਤ ਸਿੰਘ ਦੀ ਗ੍ਰਿਫਤਾਰੀ ਇਨ ਟਾਈਮ ਕਿਉਂ ਨਹੀਂ ਕੀਤੀ ਜਾਂਦੀ? ਇਹ ਵੀ ਸਵਾਲ ਲੋਕ ਪੁੱਛਦੇ ਆ ਕਿ ਜੇਕਰ ਤੁਸੀਂ ਉਹਨੂੰ ਬਰਖਾਸਤ ਕਰ ਰਹੇ ਸੀ, ਤੁਸੀਂ 2 ਦਿਨ ਤੋਂ ਇਹਦੇ ਤੇ 3 ਦਿਨ ਤੋਂ 4 ਦਿਨ ਤੋਂ ਮੰਥਨ ਕਰ ਰਹੇ ਸੀ, ਇਨ ਦਾ ਮੇਨ ਟਾਈਮ ਰਾਜਜੀਤ ਕਿਵੇਂ ਰੂਪੋਸ਼ ਹੋ ਜਾਂਦਾ? ਔਰ ਉਹਨੂੰ ਕੌਣ ਰਿਪੋਰਟ ਕਰ ਰਿਹਾ ਸੀ? ਉਹਨੂੰ ਕੌਣ ਅੰਦਰ ਦੀ ਸੂਚਨਾ ਦੇ ਰਿਹਾ ਸੀ? ਇਹ ਸਵਾਲ ਵੀ ਨੇ। ਔਰ ਇਸੇ ਤਰ੍ਹਾਂ ਦੇ ਹੋਰ ਕਈ ਮਾਮਲੇ ਨੇ ਜਿਨ੍ਹਾਂ ਨੂੰ, ਜਿੱਦਾਂ ਤੁਸੀਂ ਆਪਣੇ ਸਿਹਤ ਮੰਤਰੀ ਨੂੰ ਫੜਿਆ ਸੀ ਅਦਾਲਤ ਵਿੱਚ, ਹੁਣ ਤੱਕ ਟ੍ਰਾਇਲ ਜਾਂ ਜੋ ਵੀ ਹੈ ਉਹ ਗੱਲ ਕਿੱਥੇ ਖੜੀ? ਕਦੇ ਕਿਸੇ ਨੇ ਕੁਝ ਨਹੀਂ ਦੱਸਿਆ। ਤੁਸੀਂ ਸਰਾਰੀ ਵਾਲੇ ਮਾਮਲੇ 'ਚ ਉਹਦੀ ਕੁਰਸੀ ਲੈ ਕੇ ਉਹਨੂੰ ਘਰ ਬਿਠਾਤਾ, ਉਹਦੀ ਜਾਂਚ ਕਿਉਂ ਨਹੀਂ ਕਰਾਈ ਗਈ? ਇਹ ਸਾਰੇ ਮਾਮਲੇ ਤਾਂ ਤੁਰਦੇ ਹੀ ਪਏ ਆ। ਹੁਣ ਵਾਲੀ SIT ਨੇ ਕੀ ਜਾਂਚ ਕਰ ਲਈ ਆ ਕਟਾਰੂ ਚੱਕ ਦੇ ਮਾਮਲੇ 'ਚ? ਉਸ ਵਿਅਕਤੀ ਤੋਂ ਇਨਵੈਸਟੀਗੇਸ਼ਨ, ਖਾਸ ਤੌਰ ਤੇ ਜਿਹੜਾ ਕੰਪਲੇਂਟੈਂਟ ਹੈ, ਜਿਹੜਾ ਸ਼ਿਕਾਇਤ ਕਰਤਾ ਹੈ, ਉਹਨੇ ਤਾਂ ਸ਼ਿਕਾਇਤ ਕਰਤੀ, ਤੁਸੀਂ ਮੰਤਰੀ ਨੂੰ ਹੁਣ ਤੱਕ ਬੁਲਾ ਲਿਆ ਵਾ ਭਾਰਗਵ ਸਾਹਿਬ ਨੇ ਕਿ ਨਹੀਂ? ਇਹ ਕਦੇ ਕੋਈ ਦੱਸਦਾ ਨਹੀਂ। ਸੋ ਸਾਰੀਆਂ ਗੱਲਾਂ ਦੇ ਨਾਲ ਨਾਲ ਤੁਰਨਗੀਆਂ। ਜੇ ਹੁਣ ਕੋਈ ਆਖਰੀ ਟਿੱਪਣੀ ਇੱਥੇ ਜ਼ਰੂਰ ਦਿਓ, ਮੈਂ ਭਾਸਕਰ ਸਾਹਿਬ ਵੱਲ ਚੱਲਾਂ, ਗੱਲ ਅਗਲੇ ਮੁੱਦੇ ਵੀ ਨਾਲ ਜੀ। ਬਿਲਕੁਲ, ਇਹੀ ਮੈਂ ਗੱਲ ਕਰ ਰਿਹਾ ਵੀ ਜੇ ਆਪਾਂ ਫੇਰਿਸਤ ਬਣਾਣੀ ਹੋਵੇ ਤਾਂ ਰੰਧਾਵਾ ਸਾਹਿਬ ਸ਼ਾਇਦ ਇਸ ਤੋਂ ਵੀ ਹੋਰ ਬਹੁਤ ਵੱਡੀ ਬਣ ਜੇਗੀ। ਸਵਾਲ ਇਹੀ, ਮੈਂ ਜਵਾਬਦੇਹੀ ਦੀ ਗੱਲ ਕਰ ਰਿਹਾ ਵੀ ਜਦੋਂ ਜਵਾਬਦੇਹੀ ਦਾ ਇੱਕ ਮਾਮਲਾ ਹੁੰਦਾ ਹੈ, ਮੈਨੂੰ ਲੱਗਦਾ ਕਿ ਚੀਫ ਮਿਨਿਸਟਰ ਦਾ ਜੇ ਚੀਫ ਮਿਨਿਸਟਰ ਸੁਹਿਰਦ ਨੇ, ਮੈਂ ਉਹ ਤਾਂ ਇਹ ਮੈਂ ਜੇ ਇਸ ਕਰਕੇ ਪਾ ਰਿਹਾ ਕਿ ਕਈ ਵਾਰੀ ਸਰਕਾਰਾਂ ਦੇ ਵਿੱਚ ਮਤਲਬ ਕਹਿਣ ਨੂੰ ਕੁਝ ਹੁੰਦਾ ਹੈ ਔਰ ਕਰਨ ਨੂੰ ਕੁਝ ਹੋਰ ਹੁੰਦਾ ਹੈ, ਮੈਂ ਜੇ ਇਸੇ ਕਰਕੇ ਪਾ ਰਿਹਾ। ਅਦਰਵਾਈਜ਼ ਜੇ ਮੈਨੂੰ ਲੱਗਦਾ ਵੀ ਕੋਈ ਵੀ ਆਰਡਰ ਅਗਰ CM ਵੱਲੋਂ ਗਿਆ ਹੈ, ਕਿਸੇ ਦੇ ਖਿਲਾਫ ਵੀ ਆਰਡਰ ਕੀਤਾ ਗਿਆ ਹੈ ਇਨਕੁਆਇਰੀ ਦਾ, ਤਾਂ ਮੈਨੂੰ ਲੱਗਦਾ ਕਿ ਉਹਦੀ ਪ੍ਰੋਗਰੈਸ ਰਿਪੋਰਟ ਹਰ ਹਫਤੇ ਜਾਂ ਹਰ 10 ਦਿਨ ਬਾਅਦ ਘੱਟੋ ਘੱਟ ਚੀਫ ਮਿਨਿਸਟਰ ਕੋਲੇ ਜਾਣੀ ਚਾਹੀਦੀ ਹੈ, ਤਾਂ ਕਿ ਜੇ ਇਹਦੇ ਵਿੱਚ ਕਿਤੇ ਕੋਈ ਨੁਕਤਾਚੀਨੀ ਹੈ ਜਾਂ ਕੋਈ ਦਿੱਕਤ ਆ ਰਹੀ ਹੈ, ਕੋਈ ਅਫਸਰ ਤੰਗ ਕਰ ਰਿਹਾ ਹੈ, ਇਹ ਹੋਣ ਨਹੀਂ ਦੇ ਰਿਹਾ, ਤਾਂ CM ਵੀ ਡਾਇਰੈਕਟ ਉਸ ਅਫਸਰ ਨੂੰ ਕਹਿਣ ਵੀ ਭਾਈ ਇਹਦੇ ਵਿੱਚ ਨਹੀਂ ਆਣਾ, ਇਹ ਅਸੀਂ ਸਿਰੇ ਲਗਾਣੀ ਹੈ ਗੱਲ। ਸੋ ਇਦਾਂ ਦੇ ਬੜੇ ਸਵਾਲ ਨੇ, ਬਹੁਤ ਲੰਬੀਆਂ ਫੇਰਿਸਤਾਂ ਹੋ ਸਕਦੀਆਂ ਨੇ, ਪਰ ਜਵਾਬਦੇਹੀ ਜਦ ਤੱਕ ਨਹੀਂ ਤੈਅ ਕੀਤੀ ਜਾਊਗੀ ਇਹ ਫੇਰਿਸਤਾਂ ਹੋਰ ਲੰਬੀਆਂ ਹੁੰਦੀਆਂ ਜਾਣਗੀਆਂ, ਪਰ ਇਨਸਾਫ ਲੋਕਾਂ ਨੂੰ ਨਹੀਂ ਮਿਲਦਾ ਰਹੇਗਾ, ਉਹ ਦਰ ਦੀਆਂ ਠੋਕਰਾਂ ਖਾਂਦੇ ਹੀ ਰਹਿਣਗੇ। ਭਾਸਕਰ ਸਾਹਿਬ ਵੱਲ ਮੈਂ ਜਾਣਾ ਹੈ, ਲੇਕਿਨ ਉਸ ਤੋਂ ਪਹਿਲਾਂ ਬਹਿਬਲ ਕਲਾਂ ਦੇ ਮਾਮਲੇ 'ਚ ਜਿਹੜੀ SIT ਨੌ ਨਿਹਾਲ ਸਿੰਘ ADGP ਪੰਜਾਬ ਪੁਲਿਸ ਦੀ ਅਗਵਾਈ 'ਚ ਬਣੀ ਹੋਈ ਆ, ਉਹਨੂੰ ਹੋਰ ਕਿੰਨਾ ਕੁ ਸਮਾਂ ਚਾਹੀਦਾ? ਉਹ ਕਿਉਂ ਨਹੀਂ ਚਾਰਜ ਸ਼ੀਟ ਦਾਇਰ ਕਰ ਰਹੇ? ਉਹ ਕਿਉਂ ਨਹੀਂ ਆਪਣਾ ਚਲਾਨ ਪੇਸ਼ ਕਰ ਰਹੇ? ਆਖਰ ਕਿਸੇ ਹੋਰ ਇਲੈਕਸ਼ਨ ਦੀ ਉਡੀਕ ਕੀਤੀ ਜਾ ਰਹੀ ਆ? ਆਖਰ ਕਿਸ ਮੌਕੇ ਤੇ ਜਾ ਕੇ ਉਹ ਦਿੱਤਾ ਜਾਣਾ? ਇਹ ਸਾਰੇ ਸਵਾਲ ਨਾਲ ਹੀ ਨੇ। ਔਰ ਕੀ ਜਿਹੜੇ ਟ੍ਰਾਇਲ ਨੇ ਪਹਿਲਾਂ ਕੋਟਕਪੂਰਾ ਮਾਮਲੇ ਦੇ ਵਿੱਚ ਆ, ਬੇਅਦਬੀ ਮਾਮਲਿਆਂ 'ਚ, ਉਹਨਾਂ ਨੂੰ ਸਪੀਡ ਅਪ ਕਰਨ ਲਈ ਕਦੇ ਮੁੱਖ ਮੰਤਰੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਲਿਖਿਆ? ਕਦੇ ਕੋਈ ਸਮਾਂ ਮੰਗਿਆ ਫਾਸਟ ਟਰੈਕ ਅਦਾਲਤਾਂ ਬਣਾਉਣ ਲਈ? ਕਿਉਂਕਿ ਤੁਸੀਂ ਦਾਅਵਾ ਤਾਂ ਕਰਦੇ ਹੋ, ਤੁਸੀਂ ਕਹਿ ਰਹੇ ਹੋ ਕਿ ਤੁਸੀਂ ਇੱਕ ਚਿੱਠੀ ਫਿਰ ਗ੍ਰਹਿ ਮੰਤਰੀ ਨੂੰ ਲਿਖੀ ਆ ਕਿ ਜਿਹੜਾ ਅਸੈਂਬਲੀ ਦੇ ਵਿੱਚ ਪਾਸ ਹੋਇਆ ਵਾ, ਜਿਹੜਾ ਮਤਾ ਪਾਸ ਕੀਤਾ ਗਿਆ, ਰੈਜ਼ੋਲੂਸ਼ਨ ਲਿਆਂਦਾ ਗਿਆ, ਐਕਟ ਬਣਾਇਆ ਗਿਆ ਕਿ ਬੇਅਦਬੀ ਕਰਨ ਵਾਲਿਆਂ ਨੂੰ ਬਹੁਤ ਸਖਤ ਸਜ਼ਾਵਾਂ ਦਿੱਤੀਆਂ ਜਾਣ, ਉਹ ਪਾਸ ਕਰਾਓ ਜੀ, ਉਹਦੀ ਸਾਨੂੰ ਫਾਈਨਲ ਸਹਿਮਤੀ ਦੇ ਕੇ ਭਜਵਾਓ ਜੀ। ਪਰ ਕੀ ਹੁਣ ਤੱਕ ਜਿਹੜੇ ਮਾਮਲੇ ਲਗਭਗ ਸਿਰੇ ਲੱਗਣ ਵਾਲੇ ਆ, ਕਿ ਉਹਨਾਂ 'ਚ ਤੁਸੀਂ ਫਾਸਟ ਟਰੈਕ ਕੀਤਾ ਕੁਝ? ਕੀ ਉਹਦੇ ਵਿੱਚ ਜਿਹੜੀ ਪ੍ਰਕਿਰਿਆ ਉਹਨੂੰ ਕੋਈ ਸਪੀਡ ਅਪ ਕੀਤਾ ਹੈ? ਭਾਸਕਰ ਸਾਹਿਬ ਕੁਝ ਕਹਿਣਾ ਚਾਹ ਰਹੇ? ਸਿੱਧੂ ਮੂਸੇਵਾਲੇ ਦੇ ਪਿਤਾ ਦਾ ਜਿਹੜਾ ਐਲੀਗੇਸ਼ਨ ਕਿ ਜਿਹੜੇ ਕਨਸਪੀਰੇਟਰ ਸੀਗੇ, ਸਾਜ਼ਿਸ਼ ਕਰਤਾ ਸੀਗੇ, ਉਹਨਾਂ ਨੂੰ ਹਜੇ ਤੱਕ ਹੱਥ ਨਹੀਂ ਪਾਇਆ, ਸਿਰਫ ਸ਼ੂਟਰ ਫੜੇ ਨੇ। ਉਹ ਸਹੀ ਵੀ ਕਹਿੰਦੇ ਨੇ। ਹੁਣ ਐਦਾਂ ਦੇ ਕੇਸ ਦੇ ਵਿੱਚ ਸਰਕਾਰ ਦਾ ਬਿਹੇਵੀਅਰ ਕੀ ਹੋਣਾ ਚਾਹੀਦਾ ਹੈ? ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਅਗਰ ਵਿਧਾਨ ਸਭਾ ਦੇ ਬਾਹਰ ਧਰਨੇ ਤੇ ਬਹਿੰਦੇ ਨੇ, ਕੁਲਦੀਪ ਸਿੰਘ ਧਾਲੀਵਾਲ ਕਹਿੰਦੇ ਨੇ ਮਿਲਾਵਾਂਗੇ ਮੁੱਖ ਮੰਤਰੀ ਨੂੰ, ਇਹਦੇ ਵਿੱਚ ਸਰਕਾਰ ਨੂੰ ਇਸ ਗੱਲ ਦੀ ਤੇ ਘੱਟ ਤੋਂ ਘੱਟ ਪਹਿਲ ਕਰਨੀ ਚਾਹੀਦੀ ਸੀ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਮਿਲ ਕੇ ਉਹਨਾਂ ਨੂੰ ਕਨਵਿੰਸ ਕਰਨ ਕਿ ਅਸੀਂ ਜਿਹੜੀ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜਿਹੜੇ ਵੀ ਬੰਦੇ ਫੜ ਰਹੇ ਹਾਂ, ਉਹਨੂੰ ਸਹੀ ਦਿਸ਼ਾ ਵੱਲ ਲੈ ਕੇ ਜਾ ਰਹੇ ਹਾਂ। ਉਹਨਾਂ ਦੀ ਕੋਈ ਕੰਪਲੇਂਟ ਹੋਏ, ਉਹਨਾਂ ਦੇ ਕੋਈ ਗ੍ਰੀਵੈਂਸਸ ਹੋਏ, ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਸੀ, ਜੋ ਕਿ ਨਹੀਂ ਹੋ ਰਿਹਾ। ਔਰ ਕਟਾਰੂ ਚੱਕ ਦੇ ਮੁੱਦੇ ਦੇ ਉੱਤੇ ਰੰਧਾਵਾ ਜੀ ਤੁਸੀਂ ਕਿਹਾ ਕਿ ਮੰਤਰੀ ਜੀ ਨੂੰ ਹਜੇ ਤੱਕ ਬੁਲਾਇਆ, ਮੈਂ ਗੱਲ ਸਾਫ਼ ਕਰਦਾ ਕਿ ਮੰਤਰੀ ਜੀ ਨੂੰ ਹਜੇ ਤੱਕ ਉਸ SIT ਨੇ ਪੁੱਛਗਿੱਛ ਨਹੀਂ ਕੀਤੀ। ਮੇਰੀ SIT ਦੇ ਇੱਕ ਮੈਂਬਰ ਨਾਲ ਕੱਲ ਗੱਲ ਵੀ ਹੋਈ ਸੀ, ਉਹ ਕੇਸ਼ਵ ਦੀ ਜਿਹੜੀ ਪੁੱਛਗਿੱਛ ਵਾਸਤੇ ਤੇ ਇੰਟਰਸਟਿਡ ਹੈਗੇ ਨੇ,
ਮੰਤਰੀ ਸਾਹਿਬ ਨੂੰ ਪੁੱਛ ਕੇ ਬੁਲਾ ਕੇ ਇਹ ਗੱਲ ਨਹੀਂ ਪੁੱਛੀ ਗਈ ਕਿ ਜਿਹੜੀ ਇਹ ਵੀਡੀਓ ਜੀ ਆਈ ਹੈ ਉਹਦੇ ਵਿੱਚ ਤੁਸੀਂ ਹੈਗੇ ਹੋ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਗਵਰਨਰ ਸਾਹਿਬ ਨੇ ਜ਼ਰੂਰ ਕੀਤੀ ਹੈ। ਕੁਝ ਮਾਮਲਿਆਂ ਦੇ ਵਿੱਚ ਠੰਡੇ ਬਸਤੇ ਤੇ ਪਾਣਾ ਸਰਕਾਰਾਂ ਦਾ ਬਹੁਤ ਟਾਈਮ ਤੋਂ ਇਹ ਕੰਮ ਚੱਲਦਾ ਹੈ, ਔਰ ਇਹ ਸਰਕਾਰ ਵੀ ਉਸ ਤਰਜ਼ ਦੇ ਉੱਤੇ ਹੀ ਚੱਲ ਰਹੀ ਹੈ। ਬਦਲਾਵ ਵਾਲੀ ਕੋਈ ਵੀ ਗੱਲ ਨਹੀਂ ਹੈ। ਖਾਸ ਕਰਕੇ ਇਹ SIT ਬਣਾਉਣਾ ਔਰ ਉਸ ਤੋਂ ਬਾਅਦ ਉਹਨਾਂ ਮੁੱਦਿਆਂ ਨੂੰ ਠੰਡੇ ਬਸਤੇ ਤੇ ਪਾਣਾ, ਇਹ ਵੀ ਸਰਕਾਰ ਉਦਾਂ ਹੀ ਚੱਲ ਰਹੀ। ਭਾਸਕਰ ਸਾਹਿਬ, ਇੱਕ ਹੋਰ ਪ੍ਰੋਗਰੈਸ ਹੁੰਦੀ ਹੈ ਮਨੀਸ਼ ਸਿਸੋਦੀਆ, ਕਿਉਂਕਿ ਉਹ ਪੰਜਾਬ ਨੂੰ ਪ੍ਰਭਾਵਿਤ ਕਰਦੇ ਨੇ। ਕੇਜਰੀਵਾਲ ਸਾਹਿਬ ਤੋਂ ਬਾਅਦ ਮਨੀਸ਼ ਸਿਸੋਦੀਆ ਇੱਕ ਐਸਾ ਚਿਹਰਾ ਨੇ ਜਿਹੜੇ ਇਸ ਸਰਕਾਰ ਦੀ ਹਾਈ ਕਮਾਂਡ 'ਚ ਦਰਜ ਹੁੰਦੇ ਨੇ। ਹਾਈ ਕਮਾਂਡ ਕਿਹਾ ਜਾ ਸਕਦਾ ਉਹਨਾਂ ਨੂੰ, ਔਰ ਹਾਈ ਕਮਾਂਡ ਦੇ ਰੂਪ ਵਿੱਚ ਬਤੌਰ ਉਪ ਮੁੱਖ ਮੰਤਰੀ ਕੇਜਰੀਵਾਲ ਦੀ ਗੈਰ ਹਾਜ਼ਰੀ 'ਚੋਂ ਸਰਵੇ ਸਰਵਾ ਉਹਨਾਂ ਦੇ ਖਿਲਾਫ CBI ਨੇ ਜਿਹੜੀ ਇੱਕ ਨਵੀਂ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ, ਉਹਦੇ ਵਿੱਚ ਕਾਫੀ ਸਾਰਾ ਮੈਂ ਮਸਾਲਾ ਦੇਖ ਰਿਹਾ ਜੋ ਉਹ ਨਵੇਂ ਐਂਗਲ ਨੇ, ਨਵੇਂ ਕੋਣ ਨੇ, ਉਹਦੇ ਨਾਲ ਸਾਡੀ ਸਾਂਝ ਪਵਾਓ। ਕਿਉਂਕਿ ਜੇ ਐਕਸਾਈਜ਼ ਮਾਮਲੇ ਦੀ ਜਾਂਚ ਅੱਗੇ ਤੋਂ ਅੱਗੇ, ਲੜੀ ਤੋਂ ਲੜੀ, ਕੜੀ ਤੋਂ ਕੜੀ ਜੁੜਦੀ ਆ, ਤੇ ਸਾਡੇ ਚੰਡੀਗੜ੍ਹ ਦੇ ਅੰਦਰ ਥੋੜੀ ਧਮਕ ਉਹਦੀ ਪੈਂਦੀ ਆ, ਡਰ ਜੇ ਖੌਫ ਜੇ ਦਾ ਵਾਤਾਵਰਨ ਬਣ ਜਾਂਦਾ। ਸੋ ਜੋੜੋ ਜ਼ਰਾ ਇਹ ਕੜੀਆਂ। ਦਿੱਲੀ ਦੀ ਐਕਸਾਈਜ਼ ਪਾਲਿਸੀ ਤੇ ਮਨੀਸ਼ ਸਿਸੋਦੀਆ ਅੰਦਰ ਨੇ। ਫਰਵਰੀ 26 ਨੂੰ ਉਹਨਾਂ ਨੂੰ ਫੜ ਲਿੱਤਾ ਗਿਆ ਸੀਗਾ। ਅਪ੍ਰੈਲ 25 ਨੂੰ CBI ਨੇ ਚਾਰਜ ਸ਼ੀਟ ਦਾਖਲ ਕੀਤੀ ਹੈ ਦਿੱਲੀ ਦੀ ਰਾਊਜ਼ ਐਵੇਨਿਊ ਦੀ ਕੋਰਟ ਦੇ ਵਿੱਚ। ਉਸ ਚਾਰਜ ਸ਼ੀਟ ਦੇ ਵਿੱਚ ਕਥਿਤ ਤੌਰ ਤੇ ਕੀ, ਬਲਕਿ ਪੁਖਤਾ ਤਰੀਕੇ ਨਾਲ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮਨੀਸ਼ ਸਿਸੋਦੀਆ ਉਹਨਾਂ ਸਾਰੇ ਜਿਹੜੀ ਐਕਸਾਈਜ਼ ਪਾਲਿਸੀ ਦਾ ਕਥਿਤ ਘੁਟਾਲਾ ਹੈ ਉਹਦੇ ਵਿੱਚ ਸਾਜ਼ਿਸ਼ਕਰਤਾ ਯਾਨੀ ਮੁੱਖ ਆਰੋਪੀ ਸੀ ਔਰ ਇੱਕ ਤਰੀਕੇ ਨਾਲ ਕਨਸਪੀਰੇਟਰ ਸੀ। ਔਰ ਇਹਦੀ ਤਰਵੱਜੋ ਦਿੰਦੇ ਹੋਏ ਉਸ ਚਾਰਜ ਸ਼ੀਟ ਦੇ ਵਿੱਚ ਬਕਾਇਦਾ ਇਹ ਗੱਲ ਲਿਖੀ ਹੈ, ਜਿਹਦੀ ਕਾਪੀ ਇੱਕ ਪੱਤਰਕਾਰਾਂ ਕੋਲ ਵੀ ਹੈਗੀ ਹੈ, ਕਿਉਂਕਿ ਇਹ ਜਨਤਕ ਹੋ ਗਈ ਅਪ੍ਰੈਲ 25 ਤੋਂ ਬਾਅਦ ਇਸ ਚਾਰਜ ਸ਼ੀਟ ਨੂੰ ਫਾਈਲ ਕਰਨ ਤੋਂ ਬਾਅਦ। ਉਸ ਚਾਰਜ ਸ਼ੀਟ ਦੇ ਹਿਸਾਬ ਨਾਲ ਸਭ ਤੋਂ ਪਹਿਲੇ ਤੇ ਇੱਕ ਐਕਸਪਰਟ ਕਮੇਟੀ ਬਣਾਈ ਜਾਂਦੀ ਹੈ। ਐਕਸਪਰਟ ਕਮੇਟੀ ਹੁੰਦੀ ਹੈ ਰਵੀ ਧਵਨ, ਜਿਹੜੇ ਫਾਰਮਰ ਐਕਸਾਈਜ਼ ਕਮਿਸ਼ਨਰ ਨੇ ਦਿੱਲੀ ਦੇ। ਉਹ ਐਕਸਪਰਟ ਕਮੇਟੀ ਦੀ ਇੱਕ ਰਿਪੋਰਟ ਦਿੰਦੇ ਨੇ ਮਨੀਸ਼ ਸਿਸੋਦੀਆ ਉਹਨਾਂ ਨੂੰ ਕਿ ਵੀ ਐਕਸਾਈਜ਼ ਪਾਲਿਸੀ ਦੇ ਵਿੱਚ ਆ ਡਿਸੀਜਨ ਅਸੀਂ ਲੈ ਸਕਦੇ ਹਾਂ। ਉਸ ਪਾਲਿਸੀ ਤੋਂ ਮਨੀਸ਼ ਸਿਸੋਦੀਆ ਉਹਨਾਂ ਬਹੁਤੇ ਪ੍ਰਭਾਵਿਤ ਨਹੀਂ ਹੁੰਦੇ, ਰਾਦਰ ਨਾ ਖੁਸ਼ ਹੁੰਦੇ ਨੇ, ਤੇ ਉਹ ਕਹਿੰਦੇ ਨੇ ਕਿ ਇਸ ਪਾਲਿਸੀ ਦੇ ਉੱਤੇ ਪਬਲਿਕ ਕਮੈਂਟਸ ਲਓ। ਔਰ ਪਬਲਿਕ ਕਮੈਂਟਸ ਲੈਣ ਵਾਸਤੇ ਉਹ ਆਪਣੇ ਹੀ ਦਿੱਲੀ ਦੇ ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ ਜ਼ਾਕਿਰ ਖਾਨ ਉਹਨਾਂ ਨੂੰ ਇੱਕ ਹੈਂਡ ਰਿਟਨ ਨੋਟ ਦਿੰਦੇ ਨੇ, ਜਿੱਦਾਂ ਕਿ ਇਸ ਚਾਰਜ ਸ਼ੀਟ ਦੇ ਵਿੱਚ ਲਿਖਿਆ ਹੈ ਕਿ ਵੀ ਐਦਾਂ ਦੇ ਆਬਜੈਕਸ਼ਨ ਤੁਸੀਂ ਈਮੇਲ ਕਰਾ ਦਿਓ ਵੱਧ ਤੋਂ ਵੱਧ ਤਾਦਾਦ ਦੇ ਵਿੱਚ। ਉਹਦੇ ਵਿੱਚ ਕਹੋ ਕਿ ਵੀ L1 ਲਾਇਸੈਂਸ ਕਿੱਦਾਂ ਦੇਣਾ ਹੈ, ਵੱਧ ਤੋਂ ਵੱਧ ਠੇਕੇ ਖੋਲੇ ਜਾਣ। ਔਰ ਇਹ ਸਾਰੀ ਗੱਲਾਂ ਜਿਨ੍ਹਾਂ ਨੂੰ ਉਹ ਇਨਕੋਰਪੋਰੇਟ ਕਰਨਾ ਚਾਹੁੰਦੇ ਸੀਗੇ ਉਸ ਐਕਸਾਈਜ਼ ਪਾਲਿਸੀ ਦੇ ਵਿੱਚ, ਉਦਾਂ ਦੀ ਇੱਕ ਤਰੀਕੇ ਨਾਲ ਫੇਕ ਹੀ ਪਬਲਿਕ ਓਪੀਨੀਅਨ ਜਨਰੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆ ਜਾਂਦੇ ਨੇ ਹੁਣ ਜ਼ਾਕਿਰ ਖਾਨ ਉਹਨਾਂ ਨੂੰ, ਜਦ ਆਰਡਰ ਮਨੀਸ਼ ਸਿਸੋਦੀਆ ਉਹਨਾਂ ਨੇ ਕੀਤਾ ਹੈ ਉਸ ਚਾਰਜ ਸ਼ੀਟ ਦੇ ਹਿਸਾਬ ਨਾਲ, ਤੇ ਜ਼ਾਕਿਰ ਖਾਨ ਉਹਨਾਂ ਉਹ ਈਮੇਲਸ ਭਿਜਵਾ ਦਿੰਦੇ ਨੇ ਔਰ ਕਾਫੀ ਵੱਡੀ ਤਾਦਾਦ ਵਿੱਚ ਭੇਜਦੇ ਨੇ। ਉਸ ਤੋਂ ਬਾਅਦ ਉਸ ਵਕਤ ਦੇ ਜਿਹੜੇ ਹੁਣ ਤੇ ਖੈਰ ਫਾਰਮਰ ਹੋ ਗਏ, ਜਿਹੜੇ ਐਕਸਾਈਜ਼ ਕਮਿਸ਼ਨਰ ਨੇ ਰਾਹੁਲ ਸਿੰਘ, ਜਿਨ੍ਹਾਂ ਦਾ ਨਾਮ ਤੁਹਾਨੂੰ ਯਾਦ ਹੋਏਗਾ, ਸੰਜੇ ਸਿੰਘ ਪੈ ਗਿਆ ਸੀ ਗਲਤੀ ਨਾਲ ED ਦੀ ਚਾਰਜ ਸ਼ੀਟ ਦੇ ਵਿੱਚ। ਉਹ ਰਾਹੁਲ ਸਿੰਘ ਉਹਨਾਂ ਨੂੰ ਖਾਸ ਤੌਰ ਤੇ ਹਿਦਾਇਤ ਦਿੰਦੇ ਨੇ ਇੱਕ ਕੈਬਨਿਟ ਵਾਸਤੇ ਡਰਾਫਟ ਨੋਟ ਤਿਆਰ ਕੀਤਾ ਜਾਏ, ਜਿਹਦੇ ਵਿੱਚ ਇਹ ਜਿਹੜੇ ਸੁਜੈਸ਼ਨਸ ਈਮੇਲ ਦੇ ਜ਼ਰੀਏ ਆਏ ਨੇ ਉਹਨਾਂ ਨੂੰ ਇਨਕੋਰਪੋਰੇਟ ਕੀਤਾ ਜਾਏ ਔਰ ਉਸ ਕੈਬਨਿਟ ਨੋਟ ਨੂੰ ਅਸੀਂ ਅਗਲੀ ਕੈਬਨਿਟ ਦੇ ਵਿੱਚ ਪੇਸ਼ ਕਰਾਂਗੇ। ਉਹ ਕੈਬਨਿਟ ਨੋਟ ਤੇ ਬਣਾਉਂਦੇ ਨੇ, ਉਹ ਇਨਕੋਰਪੋਰੇਟ ਵੀ ਕਰਦੇ ਨੇ ਉਹ ਸੁਜੈਸ਼ਨਸ ਜਿਹੜੇ ਜ਼ਾਕਿਰ ਖਾਨ ਦੀ ਕਥਿਤ ਤੌਰ ਤੇ ਈਮੇਲ ਦੇ ਰਾਹੀਂ ਆਏ ਸੀਗੇ। ਲੇਕਿਨ ਨਾਲ ਦੇ ਨਾਲ ਉਹ ਲੀਗਲ ਓਪੀਨੀਅਨ ਵੀ ਲੈ ਲੈਂਦੇ ਨੇ। ਲੀਗਲ ਓਪੀਨੀਅਨ ਵੀ ਫਾਰਮਰ ਚੀਫ ਜਸਟਿਸ ਰੰਜਨ ਗੋਗੋਈ ਔਰ ਬਾਲਾ ਕ੍ਰਿਸ਼ਨਨ ਤੇ ਜਿਹੜੇ ਮੁਕੁਲ ਰੋਹਤਗੀ ਇਹਨਾਂ ਤੋਂ ਲੈਂਦੇ ਨੇ। ਪਰ ਜਦ ਇਹ ਡਰਾਫਟ ਨੋਟ ਮਨੀਸ਼ ਸਿਸੋਦੀਆ ਉਹਨਾਂ ਕੋਲ ਪਹੁੰਚਦਾ ਹੈ, ਉਹ ਕਹਿੰਦੇ ਨੇ ਵੀ ਇਹ ਕੀ ਕੀਤਾ, ਇਹਦੀ ਤੇ ਲੋੜ ਹੀ ਨਹੀਂ ਸੀ। ਲੀਗਲ ਐਕਸਪਰਟ ਜਿਨ੍ਹਾਂ ਨੇ ਸਟੇਟਸ ਕੋ ਮੇਨਟੇਨ ਕਰਨ ਵਾਸਤੇ ਜਿਹੜੀ ਐਕਸਪਰਟ ਕਮੇਟੀ ਦੀ ਰਿਪੋਰਟ ਸੀਗੀ ਉਹਦੇ ਵਾਸਤੇ ਸਟੇਟਸ ਕੋ ਵਾਸਤੇ ਰਿਕਮੈਂਡ ਕੀਤਾ ਸੀ, ਉਹ ਉਸ ਕੈਬਨਿਟ ਨੋਟ ਦੇ ਡਰਾਫਟ ਨੂੰ ਬਿਲਕੁਲ ਅਲੱਗ ਕਰ ਦਿੰਦੇ ਨੇ ਤੇ ਆਪਣੀ ਤਰਫੋਂ ਇੱਕ ਕੈਬਨਿਟ ਨੋਟ ਬਣਾਉਂਦੇ ਨੇ। ਔਰ ਜਿਹੜਾ ਕੈਬਨਿਟ ਨੋਟ ਰਾਹੁਲ ਸਿੰਘ ਉਹਨਾਂ ਨੇ ਲਿਖਿਆ ਸੀਗਾ ਡਰਾਫਟ ਕੈਬਨਿਟ ਨੋਟ, ਉਹ ਬਿਲਕੁਲ ਰਿਕਾਰਡ ਤੋਂ ਗਾਇਬ ਹੋ ਜਾਂਦਾ ਹੈ। ਔਰ ਜਿਹੜਾ ਕੈਬਨਿਟ ਨੋਟ ਪੇਸ਼ ਕੀਤਾ ਜਾਂਦਾ ਹੈ ਕੈਬਨਿਟ ਦੇ ਵਿੱਚ, ਜਿਹਨੂੰ ਕਥਿਤ ਤੌਰ ਤੇ ਮਨੀਸ਼ ਸਿਸੋਦੀਆ ਉਹਨਾਂ ਨੇ ਡਿਕਟੇਟ ਕੀਤਾ ਸੀਗਾ, ਉਹਦੇ ਹਿਸਾਬ ਨਾਲ ਇਹ ਪਾਲਿਸੀ ਫਾਰਮੂਲੇਟ ਹੋ ਜਾਂਦੀ ਹੈ। ਇਹ ਆਪਣੇ ਆਪ ਵਿੱਚ ਸਬੂਤਾਂ ਦੇ ਤੌਰ ਤੇ CBI ਨੇ ਆਪਣੀ ਚਾਰਜ ਸ਼ੀਟ ਦੇ ਵਿੱਚ ਇਹ ਸਾਰੀ ਗੱਲਾਂ ਲਿਖੀ ਹੈ। ਇਹਦੇ ਚ ਇੱਕ ਚੀਜ਼ ਕਲੀਅਰ ਕਰ ਦਿਓ ਕਿ ਰਾਹੁਲ ਸਿੰਘ ਜਿਹੜਾ ਨੋਟ ਦਿੰਦੇ ਨੇ ਉਹ ਕੀ ਲੀਗਲ ਓਪੀਨੀਅਨ ਦੇ ਆਧਾਰ ਤੇ ਸੀ, ਜਿਹਦੇ ਵਿੱਚ ਮੁਕੁਲ ਰੋਹਤਗੀ ਜਿਹੜੇ ਅੱਜਕੱਲ ਕੇਸ ਵੀ ਲੜ ਰਹੇ ਇਹਨਾਂ ਦੇ, ਉਹਨਾਂ ਦਾ ਵੀ ਰਾਏ ਵਿੱਚ ਦਿੱਤੀ ਗਈ ਸੀ, ਔਰ ਜਿਹਨੂੰ ਮੁੜ ਕੇ
ਮਨੀਸ਼ ਸਿਸੋਦੀਆ ਦਰਕਨਾਰ ਕਰਕੇ ਇੱਕ ਹੋਰ ਨੋਟ ਤਿਆਰ ਕਰਵਾ ਦਿੰਦੇ ਕਥਿਤ ਰੂਪ, ਜਿਵੇਂ ਚਾਰਜਸ਼ੀਟ 'ਚ ਕਿਹਾ ਗਿਆ। ਬਿਲਕੁਲ, ਉਹ ਨੋਟ ਨਾ ਕੇਵਲ ਰਿਕਾਰਡ ਤੋਂ ਗਾਇਬ ਹੋ ਜਾਂਦਾ ਹੈ, ਚਲੋ ਉਸ ਨੋਟ ਤੋਂ ਬਾਅਦ ਮਨੀਸ਼ ਸਿਸੋਦੀਆ ਕਥਿਤ ਤੌਰ ਤੇ ਨਾਰਾਜ਼ ਹੁੰਦੇ ਨੇ, ਰਾਹੁਲ ਸਿੰਘ ਨੂੰ ਡਾਂਟਦੇ ਨੇ ਕਿ ਤੈਨੂੰ ਇਹ ਲੀਗਲ ਓਪੀਨੀਅਨ ਲੈਣ ਦੀ ਲੋੜ ਕੀ ਸੀਗੀ, ਉਹ ਲੀਗਲ ਓਪੀਨੀਅਨ ਲਿਆ ਵੀ ਸੀ ਤੇ ਉਸ ਡਰਾਫਟ ਨੋਟ ਦੇ ਨਾਲ ਤੁਸੀਂ ਨੱਥੀ ਕਿਉਂ ਕਰਕੇ ਭੇਜਿਆ। ਉਸ ਗੱਲ ਤੋਂ ਉੱਤੇ ਉਹ, ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕਿਆ ਹੈ ਕਿ ਉਹ ਡਰਾਫਟ ਨੋਟ ਕੈਬਨਿਟ ਨੋਟ ਸੀ, ਉਹ ਬਿਲਕੁਲ ਰਿਕਾਰਡ ਤੋਂ ਗਾਇਬ ਕਰਕੇ ਇੱਕ ਵੱਖਰਾ ਕੈਬਨਿਟ ਨੋਟ ਲਿਖਾਇਆ ਜਾਂਦਾ ਹੈ, ਉਹ ਵੀ ਮੁੱਖ ਮੰਤਰੀ ਦਿੱਲੀ ਦੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਰੈਜ਼ੀਡੈਂਸ ਦੇ ਉੱਤੇ। ਯਾਨੀ ਇਹ ਸਾਰੀ ਗੱਲਾਂ ਦੇ ਰਾਹੀਂ ਇਹ ਗੱਲ ਸਾਬਿਤ ਕਰਨ ਦੀ ਕੋਸ਼ਿਸ਼ ਸੀਬੀਆਈ ਨੇ ਕੀਤੀ ਹੈ ਕਿ ਚੀਫ ਕੌਂਸਪੀਰੇਟਰ ਕਹਿ ਲਓ, ਮੁੱਖ ਆਰੋਪੀ ਕਹਿ ਲਓ, ਮਨੀਸ਼ ਸਿਸੋਦੀਆ ਹੋਣਾ ਸੀ। ਉਹਨਾਂ ਨੇ ਜਾਣਬੁੱਝ ਕੇ ਆਪਣੇ ਤੇ ਆਪਣੇ ਐਸੋਸੀਏਟ, ਜਿਹੜੀ ਉਹ ਸਾਊਥ ਲੌਬੀ ਦੀ ਗੱਲ ਕਰਦੇ ਆ, ਉਹਨਾਂ ਦੇ ਹੱਕ ਵਿੱਚ ਭੁਗਤਦੇ ਹੋਏ ਇਸ ਪਾਲਿਸੀ ਦੇ ਵਿੱਚ ਚੇਂਜ ਕੀਤਾ, ਉਹ ਵੀ ਲੀਗਲ ਓਪੀਨੀਅਨ ਦੇ ਬਾਵਜੂਦ, ਜਿਸ ਲੀਗਲ ਓਪੀਨੀਅਨ ਨੇ ਉਹ ਜਿਹੜੀ ਐਕਸਪਰਟ ਕਮੇਟੀ ਦੀ ਰਿਪੋਰਟ ਨੂੰ ਸਟੇਟਸ ਕੋ ਮੇਨਟੇਨ ਕਰਨ ਵਾਸਤੇ ਕਿਹਾ ਸੀਗਾ। ਹੁਣ ਇਹਨਾਂ ਸਾਰੀ ਗੱਲਾਂ ਦੇ ਅਗਰ ਸਬੂਤ ਸੀਬੀਆਈ ਕੋਲ ਹੈਗੇ ਨੇ, ਚਾਰਜਸ਼ੀਟ ਦੇ ਵਿੱਚ ਉਹਨਾਂ ਨੇ ਲਿਖਤਾ ਹੈ, ਤੇ ਫਿਰ ਮਨੀਸ਼ ਸਿਸੋਦੀਆ ਉਹਨਾਂ ਦੀ ਆਉਣ ਵਾਲੇ ਟਾਈਮ ਵਿੱਚ ਮੁਸ਼ਕਿਲਾਂ ਵੱਧ ਸਕਦੀ ਹੈ। ਇੰਦਰਪ੍ਰੀਤ ਜੀ, ਇਹ ਜਿਹੜੀ ਰਿਪੋਰਟ ਹਿੰਦੁਸਤਾਨ ਟਾਈਮਸ ਵਰਗੀ ਜਿਹੜੀ ਵੱਡੀ ਅਖਬਾਰ ਆ, ਉਹਨੇ ਇਹਨੂੰ ਛਾਇਆ ਵੀ ਕੀਤਾ ਹੈ, ਔਰ ਹੋਰ ਵੀ ਤੁਸੀਂ ਜਦੋਂ ਇਹਨੂੰ ਸਰਚ ਕਰਦੇ ਹੋ ਤੁਹਾਨੂੰ ਇਹ ਕਾਫੀ ਜਗ੍ਹਾ ਤੇ ਮਿਲ ਜਾਂਦੇ ਆ ਇਸ ਤਰ੍ਹਾਂ ਦੇ ਦਸਤਾਵੇਜ਼, ਇਸ ਤਰ੍ਹਾਂ ਦੀਆਂ ਰਿਪੋਰਟਾਂ ਜਿਹੜੀਆਂ ਸੀਬੀਆਈ ਨੇ ਕੋਰਟ ਦੇ ਵਿੱਚ ਪੇਸ਼ ਕੀਤੀਆਂ ਨੇ। ਜਦੋਂ ਅਸੀਂ ਇਹ ਸਾਰੇ ਮਾਮਲੇ ਨੂੰ ਸਾਜ਼ਿਸ਼ੀ ਮੰਨ ਰਹੇ ਹਾਂ, ਇਹਦਾ ਮਤਲਬ ਹੈ ਕਿ ਜੇ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦਾ ਬਾਰ-ਬਾਰ ਜ਼ਿਕਰ ਹੋ ਰਿਹਾ, ਅਰਵਿੰਦ ਕੇਜਰੀਵਾਲ ਦਾ ਇੱਕ ਜ਼ਿਕਰ ਹੋਰ ਵੀ ਆਇਆ ਸੀ ਮਾਈ ਬॉय ਕਹਿ ਕੇ, ਜਿਹੜੇ ਉਦੋਂ ਦੇ ਮੀਡੀਆ ਨੂੰ ਦੇਖਣ ਵਾਲੇ ਵਿਜੇ ਨਾਇਰ ਦਾ ਜ਼ਿਕਰ ਆਉਂਦਾ ਹੈ, ਉਹ ਸਾਰੀਆਂ ਚੀਜ਼ਾਂ ਦਾ ਮਤਲਬ ਹੈ ਕਿ ਇਹ ਗੋਲ ਗਲੂੰਡੀ, ਇਹ ਸਾਰੇ ਦਾ ਸਾਰਾ ਜਾਲ ਕੇਜਰੀਵਾਲ ਸਾਹਿਬ ਦੇ ਦੁਆਲੇ ਵੀ ਬੁਣਿਆ ਜਾ ਰਿਹਾ। ਔਰ ਜੇਕਰ ਐਕਸਾਈਜ਼ ਪਾਲਿਸੀ ਨੂੰ ਐਜ਼ ਇਟ ਇਜ਼ ਮੰਨ ਲਈਏ, ਪੰਜਾਬ ਦੇ ਅਫਸਰ ਵੀ ਔਨ ਰਿਕਾਰਡ ਉੱਥੇ ਜਾਂਦੇ ਰਹੇ ਨੇ ਔਰ ਉਹਦਾ ਰੌਲਾ ਵੀ ਪੈਂਦਾ ਰਿਹਾ, ਤੇ ਇਸ ਸੰਬੰਧੀ ਈਡੀ ਨੇ 2 ਵਾਰੀ ਸ਼ਾਇਦ ਪੁੱਛਗਿੱਛ ਵੀ ਕੀਤੀ ਸੀਗੀ ਅਧਿਕਾਰੀਆਂ ਦੀ ਚੰਡੀਗੜ੍ਹ ਦੇ ਵਿੱਚ। ਇੱਕ ਤਾਂ ਪ੍ਰੋਪਰ ਰੇਡ ਮੰਨੀ ਜਾਂਦੀ ਸੀ, ਉਸ ਦਿਨ ਪੂਰੀਆਂ ਖਬਰਾਂ ਛਪੀਆਂ ਸੀ ਕਿ 2 ਅਧਿਕਾਰੀਆਂ ਦੇ ਘਰੇ ਰੇਡ ਹੋਈ, ਇੱਕ ਅਧਿਕਾਰੀ ਮੌਕੇ ਤੇ ਹਾਜ਼ਰ ਨਹੀਂ ਸੀ ਉਸ ਦਿਨ, ਉਹਦਾ ਘਰ ਬੰਦ ਸੀਗਾ, ਜਿਹੜੇ ਬਾਅਦ ਦੇ ਵਿੱਚ ਦਿੱਲੀ ਵੀ ਸੱਦੇ ਗਏ। ਸੋ ਇਹਨੂੰ ਪੰਜਾਬ ਨਾਲ ਵੀ ਆਪਾਂ ਜੋੜ ਸਕਦੇ ਆ। ਇਹਦੇ ਵਿੱਚ ਤੁਸੀਂ ਜੇ ਕੁਝ ਭਾਸਕਰ ਸਾਹਿਬ ਨੂੰ ਸੁਣਦਿਆਂ ਐਡ ਕਰਨਾ ਚਾਹੋ, ਕੁਝ ਤੁਹਾਡੇ ਸਵਾਲ ਹੋਣ ਤੇ ਆਪਾਂ ਉਹਨਾਂ ਨੂੰ ਵੀ ਐਡਰੈਸ ਕਰ ਲਈਏ। ਨਹੀਂ, ਰੰਧਾਵਾ ਸਾਹਿਬ, ਮੈਨੂੰ ਇਹ ਥੋੜਾ ਜਿਹਾ ਇਹਦਾ ਘੇਰਾ ਹੋਰ ਵਧਾਉਣਾ ਪਊਗਾ। ਮੈਨੂੰ ਲੱਗਦਾ ਕਿ ਇਹ ਜਿਹੜਾ 2024 ਵਾਲਾ ਇਲੈਕਸ਼ਨ ਹੈਗਾ, ਉਹਨੂੰ ਜਿਹੜਾ ਬੀਜੇਪੀ ਬਹੁਤ ਹੀ ਕਲੋਜ਼ਲੀ, ਮਾਈਨਿਊਟਲੀ, ਜਿਹਨੂੰ ਆਪਾਂ ਕਹਿੰਦੇ ਆ ਕਿ ਵਾਚ ਕਰ ਰਹੀ ਹੈ, ਇੱਕ ਇੱਕ ਚੀਜ਼, ਇੱਕ ਇੱਕ ਮੋਹਰਾ, ਮਤਲਬ ਬੜਾ ਤਰੀਕੇ ਨਾਲ ਫਿੱਟ ਕੀਤੇ ਜਾ ਰਹੇ ਹੈ। ਮੈਨੂੰ ਇਹ ਉਸ ਦਾ ਹੀ ਪਾਰਟ ਲੱਗਦਾ। ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜਿਵੇਂ ਕਿ ਬਹੁਤ ਕਈ ਥਾਵਾਂ ਤੇ ਕਾਫੀ ਉੱਭਰ ਕੇ ਸਾਹਮਣੇ ਆਈ ਹੈ, ਤਾਂ ਉਸ ਤੋਂ ਉਹਨਾਂ ਨੂੰ ਚਿੰਤਾ ਵੀ ਹੈਗੀ ਹੈ ਵੀ ਕਿਤੇ ਇਹ ਨਾ ਹੋਵੇ ਵੀ ਕਾਂਗਰਸ ਦਾ ਸਾਰਾ ਵੋਟ ਬੈਂਕ ਇੱਧਰ ਹੀ ਸ਼ਿਫਟ ਹੋ ਜੇ ਤੇ ਸਾਨੂੰ ਫਿਰ ਉਹਨਾਂ ਦੀ ਉਨੀ ਲੜਾਈ ਲੜਨੀ ਪਵੇ। ਸੋ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਜਿਹੜਾ ਅਰਵਿੰਦ ਕੇਜਰੀਵਾਲ ਦੇ ਖਿਲਾਫ ਇੱਕ ਬੁਣਿਆ ਜਾ ਰਿਹਾ ਜਾਲ, ਉਹ ਜਾਲ ਹਜੇ ਤਾਂ ਭਾਵੇਂ ਉਹਦੇ ਚ ਉਹਨਾਂ ਨੂੰ ਨਾ ਫਸਾਣ, ਲੇਕਿਨ ਇਲੈਕਸ਼ਨ ਦੇ ਨੇੜੇ ਤੇੜੇ ਜੇ ਜਾ ਕੇ ਈਡੀ ਦਾ ਕੰਮ ਜ਼ਰੂਰ ਕਰੇ, ਕਿਉਂਕਿ ਤੁਸੀਂ ਦੇਖ ਰਹੇ ਹੋ ਪਿਛਲੇ ਕਈ ਸਟੇਟਾਂ ਦੇ ਵਿੱਚ ਈਡੀ ਨੇ ਇਸ ਤਰ੍ਹਾਂ ਦਾ ਹੀ ਕੰਮ ਕੀਤਾ ਹੈ। ਉੱਥੇ ਦੀਆਂ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਨੇ, ਉਹਨਾਂ ਦੇ ਨੇਤਾਵਾਂ ਨੂੰ, ਚਾਹੇ ਵੈਸਟ ਬੰਗਾਲ ਦੇ ਵਿੱਚ ਸੀਗਾ, ਚਾਹੇ ਸਾਡੇ ਇੱਥੇ ਪੰਜਾਬ ਦੇ ਵਿੱਚ ਸੀ, ਕਿਤੇ ਵੀ ਜਿੱਥੇ ਵੀ ਉਹ ਜਾਂਦੇ ਹੈ, ਉਹ ਕੁਛ ਨਾ ਕੁਛ ਏਦਾਂ ਦੀਆਂ ਤਰੀਕੇ ਕੁਝ ਨਾ ਕੁਝ ਵਰਤਦੇ ਆ। ਮੈਨੂੰ ਇਹ ਲੱਗ ਰਿਹਾ ਕਿ ਸ਼ਾਇਦ ਉਸੇ ਤਰ੍ਹਾਂ ਦਾ ਹੀ ਕੇਸ ਇਹ ਵੀ ਹੈਗਾ, ਔਰ ਇਸ ਤਰ੍ਹਾਂ ਦਾ ਜਿਹੜਾ ਇੱਕ ਉਹਨਾਂ ਨੂੰ ਬਣਾਇਆ ਜਾ ਰਿਹਾ ਕਿ ਜਿਹੜਾ ਵੀ ਉਹ ਇਮਾਨਦਾਰ ਕੁਝ ਨਹੀਂ ਹੈ, ਕਿਉਂਕਿ ਉਹ ਆਪਣੇ ਆਪ ਨੂੰ ਕੱਟੜਾ ਇਮਾਨਦਾਰ ਕਹਿੰਦੇ ਆ, ਕੱਟੜਾ ਇਮਾਨਦਾਰ ਸਰਕਾਰ। ਤੇ ਜੇ ਤੁਸੀਂ ਉਹਨਾਂ ਦਾ ਇਹ ਮਤਲਬ ਇੱਕ ਜਿਹੜੀ ਸਟਰੈਂਥ ਹੈ ਉਹਨਾਂ ਦੀ, ਅਗਰ ਉਹਨਾਂ ਨੂੰ ਭੰਨ ਦੋ, ਤਾਂ ਫਿਰ ਮੈਨੂੰ ਲੱਗਦਾ ਕਿ ਉਹ ਕਮਜ਼ੋਰ ਸਾਬਿਤ ਹੋ ਜਾਣਗੇ, ਤਾਂ ਉਹਨਾਂ ਦਾ ਰਾਹ ਸੌਖਾ ਹੋ ਜਾਏਗਾ ਭਾਜਪਾ ਦਾ। ਇਹ ਉਹਦੇ ਤੱਕ ਜਾਊਗਾ ਗੱਲ। ਹਜੇ ਬੇਸ਼ੱਕ ਹੋ ਸਕਦਾ ਵੀ ਮੈਂ ਬਹੁਤ ਅਰਲੀ ਬੋਲ ਲਿਆ ਹੋਵੇ, ਪਰ ਮੈਨੂੰ ਲੱਗਦਾ ਹੈ ਕਿ ਇੰਦਰਪ੍ਰੀਤ ਜੀ, ਨਿਸ਼ਾਨਾ ਮੰਨ ਲੈਨੇ ਆ ਤੁਹਾਡੇ ਕਹੇ ਅਨੁਸਾਰ ਇਹੀ ਹੋਊਗਾ, ਪਰ ਕੀ ਜਿਸ ਤਰੀਕੇ ਦੇ ਤੱਥ ਪੇਸ਼ ਕੀਤੇ ਜਾ ਰਹੇ ਆ, ਇਨਵੈਸਟੀਗੇਸ਼ਨ ਜਿਵੇਂ ਅੱਗੇ ਵੱਧ ਰਹੀ ਆ, ਜਿਸ ਤਰੀਕੇ ਨਾਲ ਚੀਜ਼ਾਂ ਪੇਸ਼ ਹੋ ਰਹੀਆਂ, ਇੱਕ ਤਾਂ ਪਹਿਲੇ ਪਹਿਲ ਦੇ ਵਿੱਚ ਹੀ ਐਕਸਾਈਜ਼ ਪਾਲਿਸੀ ਆਨਨ ਫਾਨਨ ਚ ਦਿੱਲੀ ਦੀ ਸਰਕਾਰ ਵਾਪਸ ਲੈ ਲੈਂਦੀ। ਪਹਿਲਾਂ ਮੱਥਾ ਠਣਕਦਾ ਹੈ ਕਿ ਤੁਸੀਂ ਪਾਲਿਸੀ ਲਿਆਉਂਦੇ ਹੋ,
ਫਿਰ ਤੁਸੀਂ ਉੱਤੇ ਫਾਈਟ ਨਹੀਂ ਕਰਦੇ, ਤੁਸੀਂ ਉਹਨੂੰ ਇਤਰਾਜ਼ ਆਉਣ ਤੋਂ ਬਾਅਦ ਇਹ ਕਹਿ ਕੇ ਵਾਪਸ ਲੈ ਲੈਂਦੇ ਹੋ ਕਿ ਬੀਜੇਪੀ ਦੇ ਲੋਕ ਜਿਹੜੇ ਦੁਕਾਨਦਾਰ ਨੇ ਜਿਹਨਾਂ ਠੇਕੇ ਲਏ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ, ਅਸੀਂ ਉਹਨਾਂ ਨੂੰ ਤੰਗ ਕਿਉਂ ਹੋਣ ਦਈਏ ਜੀ, ਅਸੀਂ ਵਾਪਸ ਲੈ ਰਹੇ ਹਾਂ। ਉਤੋਂ ਤੁਸੀਂ ਪਹਿਲਾਂ ਤਾਂ ਜਿਹੜੀ ਕਹਿੰਦੇ ਹੁੰਦੇ ਨਾ ਕਿ ਆਪਣੀ ਕੀਤੀ ਤੋਂ ਭੱਜ ਜਾਣਾ, ਹੁਣ ਉਸ ਤੋਂ ਬਾਅਦ ਜਿੰਨੀ ਇਨਵੈਸਟੀਗੇਸ਼ਨ CBI ਜਾਂ ED ਦੀ ਹੋ ਰਹੀ ਆ ਉਹਦੇ ਵਿੱਚ ਤੁਸੀਂ ਇਹ ਤਾਂ ਦੋਸ਼ ਲਾਉਂਦੇ ਹੋ ਕਿ ਸਭ ਗਲਤ ਹੈ, ਲੇਕਿਨ ਤੁਸੀਂ ਡਿਫੈਂਸਿਵ ਵੀ ਲੱਗਦੇ ਹੋ, ਤੁਹਾਨੂੰ ਜ਼ੋਰਦਾਰ ਹਮਲਾ ਤੁਸੀਂ ਉੱਥੇ ਨਹੀਂ ਕਰ ਰਹੇ, ਤੁਸੀਂ ਕਿਸੇ ਵੀ ਮਾਮਲੇ ਨੂੰ ਉਹ ਤੋਂ ਉੱਪਰਲੀ ਅਦਾਲਤ ਵਿੱਚ ਲਿਜਾ ਸਕਦੇ ਹੋ, ਤੁਸੀਂ ਉਹਦੀ ਹੋਰ ਇਨਵੈਸਟੀਗੇਸ਼ਨ ਮੰਗ ਸਕਦੇ ਹੋ। ਅਜੇ ਤੱਕ ਦਿੱਲੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਬਤੌਰ ਕੇਜਰੀਵਾਲ ਕਨਵੀਨਰ ਦੇ ਰੂਪ ਦੇ ਵਿੱਚ ਇਹਨੂੰ ਕੋਈ ਵੱਡੇ ਪੱਧਰ ਤੇ ਫਾਈਟ ਕਰਦੇ ਨਜ਼ਰ ਦਿਸਦੇ ਨਹੀਂ ਆਉਂਦੇ। ਸੋ ਇਹਦਾ ਮਤਲਬ ਹੈ ਕਿ ਕੋਈ ਨਾ ਕੋਈ ਕਮਜ਼ੋਰੀ ਲੱਭੀ ਆ ਤਾਂ ਉੱਥੋਂ ਉਹਨਾਂ ਨੇ ਉਹ ਦੁੱਖ ਦੀ ਰਗ ਫੜੀ ਹੋਈ ਆ, ਉੱਥੋਂ ਹੀ ਗਾਂਹ ਤੁਰ ਰਹੇ। ਕੀ ਕਹਿੰਦੇ ਹੋ ਜੀ? ਬਿਲਕੁਲ ਠੀਕ ਹੈ ਰੰਧਾਵਾ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ। ਮੈਂ ਸ਼ਾਇਦ ਤੁਹਾਨੂੰ ਪਹਿਲਾਂ ਵੀ ਇੱਕ ਵਾਰੀ ਇਸੇ ਪ੍ਰੋਗਰਾਮ ਜਦੋਂ ਪਹਿਲੀ ਵਾਰ ਚਲਾਨ ਪੇਸ਼ ਹੋਇਆ ਸੀਗਾ ਉਦੋਂ ਮੈਂ ਇਹੀ ਗੱਲ ਕਹੀ ਸੀ ਕਿ ਹਜੇ ਸਿਰਫ ED ਜਾਂ CBI ਦੀ ਗੱਲ ਸਾਡੇ ਸਾਹਮਣੇ ਆਈ ਹੈ ਜਦੋਂ ਚਲਾਨ ਪੇਸ਼ ਹੋ ਗਿਆ। ਹੁਣ ਤੱਕ ਚਲਾਨ ਜਿਹੜਾ ਉਹ ਜਿਵੇਂ ਭਾਸਕਰ ਸਾਹਿਬ ਨੇ ਕਿਹਾ ਕਿ ਉਹ ਪਬਲਿਕ ਹੋ ਚੁੱਕਿਆ। ਹੁਣ ਤੱਕ ਘੱਟੋ ਘੱਟ ਆਮ ਆਦਮੀ ਪਾਰਟੀ ਦੇ ਕਿਸੇ ਸੀਨੀਅਰ ਨੇਤਾ ਨੂੰ ਜਾਂ ਈਵਨ ਦੇਖੋ ਇਹ ਐਕਸਾਈਜ਼ ਪਾਲਿਸੀ ਹੈ ਕੈਬਨਿਟ ਚ ਗਈ ਹੋਣੀ ਤਾਂ ਇਹਦਾ ਮਤਲਬ ਉਹਨਾਂ ਨੇ ਪਾਸ ਕੀਤੀ ਹੈ, CM ਨੂੰ ਪੂਰਾ ਪਤਾ ਹੈ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਕਿ ਇਹ ਪਾਲਿਸੀ ਕੀ ਹੈ, ਤਾਂ ਉਹਨਾਂ ਨੂੰ ਪ੍ਰੈਸ ਕਾਨਫਰੰਸ ਬੁਲਾ ਕੇ ਆਪਣੇ ਆਪ ਨੂੰ ਸਾਬਿਤ ਕਰਨਾ ਚਾਹੀਦਾ ਕਿ ਅਸੀਂ ਸਹੀ ਸੀਗੇ ਔਰ ਪਾਲਿਸੀ ਅਸੀਂ ਬਿਲਕੁਲ ਠੀਕ ਬਣਾਈ ਸੀ, ਸਾਡੇ ਕੋਈ ਗਲਤ ਨਹੀਂ ਸੀਗਾ, ਸਾਨੂੰ ਜਾਣ ਕੇ ਮਤਲਬ ਇੰਪਲੀਕੇਟ ਕੀਤਾ ਜਾ ਰਿਹਾ ਗਲਤ ਤੱਥਾਂ ਨੂੰ ਆਧਾਰ ਬਣਾ ਕੇ। ਹਜੇ ਤੱਕ ਅਸੀਂ ਜੋ ਵੀ ਗੱਲਾਂ ਕਰ ਰਹੇ ਹਾਂ ਇੱਥੇ, ਜੋ ਵੀ ਬੋਲ ਰਹੇ ਹਾਂ, ਉਹ ਸਿਰਫ ਉਹ ਬੋਲ ਰਹੇ ਹਾਂ ਜੋ ED ਆਪਣੇ ਚਲਾਨ ਪੇਸ਼ ਕਰੀ ਜਾ ਰਹੀ ਹੈ ਇੱਕ ਤੋਂ ਬਾਅਦ ਇੱਕ, ਜਾਂ CBI ਆਪਣੇ ਚਲਾਨ ਪੇਸ਼ ਕਰ ਰਹੀ ਹੈ ਇੱਕ ਤੋਂ ਬਾਅਦ ਇੱਕ। ਹਜੇ ਤੱਕ ਸਾਨੂੰ ਦੂਜਾ ਪੱਖ ਨਹੀਂ ਪਤਾ ਹੈਗਾ ਕਿ ਆਮ ਆਦਮੀ ਪਾਰਟੀ ਇਸ ਤੇ ਕੀ ਕਹਿਣਾ ਚਾਹੁੰਦੀ ਹੈ। ਉਹਨਾਂ ਦਾ ਕੋਈ ਬੰਦਾ ਆ ਕੇ ਸਾਨੂੰ ਦੱਸੇ ਤਾਂ ਸਹੀ। ਹਜੇ ਤੱਕ ਜਿਹੜਾ ਉਹਨਾਂ ਦੀ ਚੁੱਪੀ ਹੈ ਇਹ ਵੀ ਜਿਹੜੀ ਹੈਗੀ ਹੈ ਇਹ ਸੰਦਿਗਧ ਹੈ। ਇੱਕ ਹੋਰ ਵੀ ਸਵਾਲ ਆ, ਕਈ ਵਾਰੀ ਇਸ ਮੌਕਿਆਂ ਤੇ ਇਹੋ ਜਿਹੇ ਮੌਕਿਆਂ ਦੇ ਉੱਤੇ ਸੀਨੀਅਰ ਵਕੀਲ ਰਾਏ ਦਿੰਦੇ ਹੁੰਦੇ ਆ ਕਿ ਤੁਸੀਂ ਬੋਲੋ ਨਾ, ਚੁੱਪ ਰਹੋ, ਕਿਉਂਕਿ ਇਹ ਤਾਂ ਦੋਸ਼ ਨੇ, ਇਹ ਤਾਂ ਚਾਰਜ ਸ਼ੀਟ ਹੈ, ਤਾਂ ਚਲਾਨ ਹੈ, ਕੱਲ ਨੂੰ ਇਹਨੇ ਟਰਾਇਲ ਦੇ ਵਿੱਚ ਬਹਿਸ ਵਿੱਚ ਜਾਣਾ ਹੈ ਤੇ ਇਹਦੇ ਉੱਤੇ ਗਹਿ ਗੱਚ ਭਖਵੀਆਂ ਬਹਿਸਾਂ ਹੋਣੀਆਂ ਨੇ। ਇਹਨੂੰ ਕਾਊਂਟਰ ਕਰੂਗੀ ਪਾਰਟੀ ਜਾਂ ਸਰਕਾਰ ਦਿੱਲੀ ਦੀ ਉੱਥੇ ਉਹ ਟਰਾਇਲ ਕੋਰਟ ਦੇ ਵਿੱਚ। ਸੋ ਹੋ ਸਕਦਾ ਕਿ ਉਹਨਾਂ ਨੇ ਆਪਣੇ ਭੱਥੇ ਦੇ ਤੀਰ ਬਚਾ ਕੇ ਰੱਖੇ ਹੋਣ, ਪਰ ਉਦੋਂ ਤੱਕ ਜਿੰਨਾ ਪੋਲੀਟੀਕਲ ਨੁਕਸਾਨ ਹੋ ਜਾਂਦਾ, ਕਿਉਂਕਿ ਟਰਾਇਲ ਤਾਂ ਸਾਲਾਂ ਤੱਕ ਲੰਮਕ ਸਕਦੇ ਆ। ਔਰ ਕਈ ਵਾਰੀ ਜਿਸ ਤਰੀਕੇ ਨਾਲ ਸਤਿੰਦਰ ਜੈਨ ਦੀ ਹਾਲਤ ਹੋਈ ਆ, ਔਰ ਉਹ ਸਤਿੰਦਰ ਜੈਨ ਤਾਂ ਇਹਨਾਂ ਮਾਮਲਿਆਂ ਤੱਕ ਦੂਰ ਦੂਰ ਤੱਕ ਵੀ ਹੈ ਨਹੀਂ, ਉਹ ਤਾਂ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਦੇ ਵਿੱਚ ਸੀਗੇ। ਸੋ ਇਹ ਸਵਾਲ ਕਾਫੀ ਵੱਡਾ ਹੈ ਕਿ ਤੁਸੀਂ ਜਦੋਂ ਤੱਕ ਟਰਾਇਲ ਕੋਰਟਸ ਦੇ ਵਿੱਚ ਆਪਣੇ ਆਪ ਨੂੰ ਡਿਫੈਂਡ ਕਰਨਾ ਜਾ ਕੇ, ਉਦੋਂ ਤੱਕ ਪੋਲੀਟੀਕਲੀ ਤੁਸੀਂ ਬਹੁਤ ਸਾਰਾ ਨੁਕਸਾਨ ਵੀ ਉਠਾ ਚੁੱਕੇ ਹੁੰਦੇ ਹੋ। ਸੋ ਭਾਸਕਰ ਸਾਹਿਬ ਬਹੁਤ ਸੰਖੇਪ 'ਚ ਹੀ ਰੱਖਿਓ ਗੱਲ। ਫਿਰ ਮੈਂ ਇੰਦਰਪ੍ਰੀਤ ਵੱਲ, ਸਪੋਕਸਮੈਨ ਅਖਬਾਰ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਕਟਹਿਰੇ 'ਚ ਖੜੇ ਕਰਨ ਦੀ ਦਿੱਤੀ ਚੇਤਾਵਨੀ, ਮਾਫੀ ਮੰਗਣ ਜਾਂ ਅਦਾਲਤ ਦੀ ਕਾਰਵਾਈ ਲਈ ਤਿਆਰ ਰਹਿਣ, ਇਹ ਕਹਿਣ ਨੂੰ ਮੈਂ ਸਮਝਣਾ ਚਾਹੁੰਦਾ। ਖਾਸ ਕਰਕੇ ਇਸ ਚਾਰਜਸ਼ੀਟ ਦੀ ਗੱਲ ਕਰੀਏ, ਜਿਹੜੀ ਅਪ੍ਰੈਲ 25 ਦੀ ਚਾਰਜਸ਼ੀਟ ਦੀ ਗੱਲ ਕਰ ਰਹੇ ਹਾਂ, ਇਹਦੇ ਵਿੱਚ 3-4 ਗੱਲਾਂ ਹੈਗੀਆਂ ਜਿਹੜੀ ਬਲੈਕ ਐਂਡ ਵਾਈਟ ਦੇ ਵਿੱਚ ਮੌਜੂਦ ਨੇ। ਐਕਸਪਰਟ ਕਮੇਟੀ ਦੀ ਉਹ ਰਿਪੋਰਟ, ਉਸ ਤੋਂ ਬਾਅਦ ਜਿਹੜਾ ਜ਼ਾਕਿਰ ਖਾਨ ਦਿੱਲੀ ਮਾਈਨੋਰਿਟੀ ਕਮਿਸ਼ਨ ਦਾ ਹੈਂਡ ਰਿਟਨ ਨੋਟ ਅਗਰ ਮਨੀਸ਼ ਸਿਸੋਦੀਆ ਉਹਨਾਂ ਨੂੰ ਦਿੱਤਾ ਹੋਏਗਾ ਤੇ ਸਬੂਤ ਦੇ ਤੌਰ ਤੇ ਉਹ ਹੈਂਡ ਰਿਟਨ ਨੋਟ ਅੱਜ CBI ਦੇ ਕੋਲ ਹੋਣਾ ਚਾਹੀਦਾ ਹੈ, ਜਿਹਦੇ ਆਧਾਰ ਦੇ ਉੱਤੇ ਇਹ ਗੱਲ ਵਧੇਗੀ। ਰਾਹੁਲ ਸਿੰਘ ਉਹਨਾਂ ਦਾ ਉਹ ਕੈਬਨਿਟ ਡਰਾਫਟ ਨੋਟ, ਹਾਲਾਂਕਿ ਉਹ ਰਿਕਾਰਡ ਦੇ ਵਿੱਚ ਅਨਟ੍ਰੇਸੇਬਲ ਹੈ, ਪਰ ਰਾਹੁਲ ਸਿੰਘ ਨੇ ਉਹ ਡਰਾਫਟ ਆਪਣੇ ਕੋਲ ਤੇ ਰੱਖਿਆ ਹੋਵੇਗਾ, ਇੱਕ ਕਾਪੀ ਤੇ ਰੱਖੀ ਹੋਏਗੀ, ਉਹ ਹੋ ਸਕਦਾ ਉਹਨਾਂ ਨੇ CBI ਨੂੰ ਦੇਤੀ। ਔਰ ਜੇ ਬਾਅਦ ਚੋਂ ਮਿਸ ਹੋ ਗਿਆ, ਫਿਰ ਜਿਹੜੇ 3 ਕਾਨੂੰਨੀ ਮਾਹਿਰਾਂ ਦੀ ਉਹ ਰਾਏ ਜਿਹੜੀ ਲਿੱਤੀ ਗਈ ਸੀ, ਜਿਹਦਾ ਜ਼ਿਕਰ ਕੈਬਨਿਟ ਦੀ ਐਕਸਾਈਜ਼ ਪਾਲਿਸੀ ਦੀ ਫਾਈਲ ਦੇ ਵਿੱਚ ਬਿਲਕੁਲ ਜ਼ਿਕਰ ਹੀ ਨਹੀਂ ਹੈ, ਇਹ ਸਾਰੀ ਗੱਲਾਂ ਦੇ ਰਾਹੀਂ ਅਗਰ ਇਹ ਸਾਰੇ ਸਬੂਤ CBI ਕੋਲ ਹੈਗੇ ਨੇ ਤੇ ਫਿਰ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਮਨੀਸ਼ ਸਿਸੋਦੀਆ ਉਹਨਾਂ ਦੀ ਮੁਸ਼ਕਿਲਾਂ ਵੱਧਦੀ ਹੈ। ਔਰ ਚੁੱਪੀ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਇਸ ਮੁੱਦੇ ਦੇ ਉੱਤੇ, ਇਹ ਵੀ ਆਪਣੇ ਆਪ ਵਿੱਚ ਸਸਪੀਸ਼ੀਅਸ ਹੈ। ਹਾਂ, ਜੇ ਤੁਸੀਂ 3 ਮੈਂਬਰੀ ਪੈਨਲ ਲੀਗਲ ਐਕਸਪਰਟਸ ਦਾ ਜੇ ਉਹਦੀ ਰਿਪੋਰਟ ਨੂੰ ਤੁਸੀਂ ਓਵਰਲੋਕ ਕੀਤਾ ਤੇ ਕਿਉਂ ਕੀਤਾ, ਸਵਾਲਾਂ ਦੇ ਜਵਾਬ ਤਾਂ ਦੇਣੇ ਪੈਣਗੇ। ਵੈਸੇ ਇੰਦਰਪ੍ਰੀਤ ਜੀ, ਉਹ ਦੂਜੀ ਖਬਰ ਵੱਲ ਜਾਣ ਤੋਂ ਪਹਿਲਾਂ ਆਖਰੀ ਟਿੱਪਣੀ ਤੁਹਾਡੀ, ਕੀ ਪੰਜਾਬ ਦੀ ਐਕਸਾਈਜ਼ ਪਾਲਿਸੀ ਨੂੰ ਵੀ ਅਗਲਿਆਂ ਨੇ ਸਾਈਡ ਤੇ ਨਾਲ ਦੇ ਟੇਬਲ ਤੇ ਰੱਖਿਆ ਹੋਊਗਾ? ਜੇਕਰ ਇਸ ਪਾਲਿਸੀ ਦੇ ਵਿੱਚ ਖਾਮੀਆਂ ਉਹ ਦੇਖ ਰਹੇ ਨੇ ਤੇ ਪੰਜਾਬ ਦੀ ਪਾਲਿਸੀ ਉਹਨਾਂ ਹੀ ਲੀਆਂ ਤਰਜੀਹਾਂ ਦੇ ਉੱਤੇ ਹੈਗੀ ਆ,
ਔਰ ਉਸ ਤੋਂ ਬਾਅਦ ਕਈ ਦੋਸ਼ ਵੀ ਲੱਗੇ ਸੀਗੇ। ਇਹ ਪਹਿਲੇ ਸਾਲ ਤੋਂ ਦੂਜੇ ਸਾਲ ਦੀ ਪਾਲਿਸੀ 'ਚ ਸ਼ਿਫਟ ਹੈਗੇ ਆ ਕੁਝ L1 ਲਾਇਸੈਂਸ ਨੂੰ ਲੈ ਕੇ, ਉਹਨਾਂ ਦੀ ਫੀਸ ਨੂੰ ਲੈ ਕੇ, ਤੇ ਇਹ ਜਾਂਚ ਦਾ ਘੇਰਾ ਵੱਧ ਸਕਦਾ। ਜਿਵੇਂ ਹੁਣ ਕੇਂਦਰ ਨਾਲ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਹਲਕਾ ਜਿਹਾ ਟਕਰਾਅ, ਹਾਲਾਂਕਿ ਉਹਨਾਂ ਦੀ ਸੁਰੱਖਿਆ ਲਈ ਉਹਨਾਂ ਨੇ Z+ ਦਿੱਤੀ ਹੈ, ਧਿਆਨ ਤਾਂ ਉਹ ਰੱਖ ਰਹੇ ਨੇ, ਸਾਂਝ ਵੀ ਰੱਖ ਰਹੇ ਨੇ, ਉਹ ਉੱਪਰਲੀ ਹਾਈ ਕਮਾਂਡ ਨਾਲ ਪੰਗੇ 'ਚ ਨੇ, ਪੰਜਾਬ ਦੇ ਮੁੱਖ ਮੰਤਰੀ ਨਾਲ ਠੀਕ ਨੇ। ਲੇਕਿਨ ਜੇ ਇਹ ਟਕਰਾਅ ਵੱਧਦਾ ਹੈ ਤਾਂ ਫਿਰ ਪੰਜਾਬ ਦੀ ਸਰਕਾਰ ਲਈ ਵੀ ਕੁਝ ਸੰਕਟ ਹਲਕੇ ਜਿਹੇ ਬਣ ਸਕਦੇ ਆ। ਇਨ ਦਾ ਲੌਂਗ ਰਨ ਕੁਝ ਨਤੀਜਾ ਨਿਕਲੇ ਨਾ ਨਿਕਲੇ, ਕੁਝ ਥੋੜੀ ਹਰਾਸਮੈਂਟ ਟਾਈਪ ਤਾਂ ਹੋ ਹੀ ਜਾਂਦੀ ਹੈ। ਇੱਕ ਛੋਟੀ ਜਿਹੀ ਟਿੱਪਣੀ, ਫਿਰ ਆਪਾਂ ਚੱਲਦੇ ਹਾਂ ਸਪੋਕਸਮੈਨ, ਇਹ ਨਾਲ ਉਹ ਵੀ ਮਾਮਲਾ ਨਾਲ ਹੀ ਲੈ ਲਿਓ ਕਿ ਸਪੋਕਸਮੈਨ ਅਖਬਾਰ ਨੇ ਸੁਖਬੀਰ ਬਾਦਲ ਦੀ ਅਬੋਹਰ 'ਚ ਦਿੱਤੀ ਸਪੀਚ ਵਿੱਚ 25 ਕਰੋੜ ਰੁਪਏ ਦੇ ਇਸ਼ਤਿਹਾਰਾਂ ਦਾ ਜ਼ਿਕਰ ਕਰਕੇ ਫੇਵਰ ਕਰਨ ਦਾ ਦੋਸ਼ ਸਪੋਕਸਮੈਨ ਅਖਬਾਰ ਤੇ ਲਾਇਆ ਸੀ, ਤੇ ਹੁਣ ਉਹ ਕਹਿੰਦੇ ਜਾਂ ਸਾਬਤ ਕਰੋ ਜਾਂ ਮਾਫੀ ਮੰਗੋ, ਨਹੀਂ ਤੇ ਫਿਰ ਅਦਾਲਤ ਦਾ ਸਾਹਮਣਾ ਕਰਨ ਲਈ ਤਿਆਰ ਰਹੋ। ਬਿਲਕੁਲ, ਜਿਹੜੀ ਤੁਸੀਂ ਗੱਲ ਕੀਤੀ ਹੈ ਐਕਸਾਈਜ਼ ਵਾਲੀ, ਰੰਧਾਵਾ ਸਾਹਿਬ, ਇਸ ਮਾਮਲੇ ਦੇ ਵਿੱਚ ਜਿਹੜੀ ਪੰਜਾਬ ਦੀ ਦੇਖੋ ਪਾਲਿਸੀ ਕਿਸੇ ਤਰ੍ਹਾਂ ਦੀ ਵੀ ਬਣਾਉਣ ਦਾ ਅਧਿਕਾਰ ਕਿਸੇ ਵੀ ਸਟੇਟ ਗਵਰਨਮੈਂਟ ਨੂੰ ਹੈਗਾ, ਉਹਦੀ ਕੈਬਨਿਟ ਨੂੰ ਹੈਗਾ। ਇੱਥੇ ਸਿਰਫ ਔਰ ਸਿਰਫ ਇੱਕ ਜਿਹੜਾ ਲਕੂਨਾ ਸੀ ਉਹ ਇਹ ਸੀ, ਕੈਬਨਿਟ ਤੋਂ ਬਾਹਰ ਜਿਹੜੇ ਨੋਟ ਇਨਕੋਰਪੋਰੇਟ ਕੀਤੇ ਗਏ ਨੇ, ਕੈਬਨਿਟ ਅਪਰੂਵ ਕਰਨ ਤੋਂ ਬਾਅਦ ਜਿਹੜੇ ਇਨਕੋਰਪੋਰੇਟ ਕੀਤੇ ਗਏ ਉਹ ਨਹੀਂ ਕੀਤਾ ਜਾ ਸਕਦਾ। ਪੰਜਾਬ ਦੀ ਪਾਲਿਸੀ ਚਾਹੇ ਬਿਲਕੁਲ ਸੇਮ ਉਸੇ ਤਰ੍ਹਾਂ ਦੀ ਪਾਲਿਸੀ ਹੋਵੇ, ਪਰ ਪੰਜਾਬ ਦੇ ਵਿੱਚ ਕੁਝ ਏਦਾਂ ਦਾ ਮਾਮਲਾ ਨਹੀਂ ਆਇਆ ਕਿ ਤੁਸੀਂ ਪੰਜਾਬ ਦੀ ਕੈਬਨਿਟ ਤੋਂ ਜਿਹੜੀ ਅਪਰੂਵ ਕਰਾ ਲਈ, ਉਸ ਤੋਂ ਬਾਅਦ ਤੁਸੀਂ ਕੋਈ ਹੋਰ ਚੀਜ਼ਾਂ ਐਡ ਕਰ ਰਹੇ ਹੋ। ਇਹ ਇੱਥੇ ਹੀ ਕਰਕੇ ਬਚਾਓ ਹੋ ਜਾਂਦਾ। ਕੈਬਨਿਟ ਨੂੰ ਪੂਰਾ ਅਧਿਕਾਰ ਹੈ ਕਿ ਉਹ ਕਿਸੇ ਤਰ੍ਹਾਂ ਦੀ ਵੀ ਪਾਲਿਸੀ ਬਣਾਏ, ਅਲਬੱਤਾ ਕੋਈ ਕਿਸੇ ਬਹੁਤੇ ਵੱਡੇ ਜਿਹੜੇ ਕਾਨੂੰਨ ਹੈਗੇ ਨੇ ਉਹਨਾਂ ਦੀ ਛੇੜਛਾੜ ਨਾ ਹੋਵੇ ਜਾਂ ਉਹਨਾਂ ਦਾ ਨੁਕਸਾਨ ਨਾ ਪਹੁੰਚਦਾ ਹੋਵੇ, ਅਦਰਵਾਈਜ਼ ਕੈਬਨਿਟ ਨੂੰ ਪੂਰਾ ਅਧਿਕਾਰ ਹੈ। ਔਰ ਉਹਨਾਂ ਨੇ ਇਸੇ ਕਰਕੇ ਪੰਜਾਬ ਦੇ ਹਜੇ ਕਿਸੇ ਵੀ ਬੰਦੇ ਨੂੰ ਹੱਥ ਨਹੀਂ ਪਾਇਆ ਗਿਆ। ਹਾਂ, ਇਹ ਜ਼ਰੂਰ ਹੈ ਕਿ ਪੰਜਾਬ ਦੇ ਜਿਹੜੇ ਆਫੀਸਰਸ ਨੇ ਜਾਂ ਜਿੰਨਾ ਵੀ ਬੰਦਿਆਂ ਨੂੰ ਬੁਲਾਇਆ ਜਾ ਰਿਹਾ ਹੈ, ਉਹ ਸਿਰਫ ਇਸ ਕਰਕੇ ਬੁਲਾਇਆ ਜਾ ਰਿਹਾ ਕਿ ਉਹਨਾਂ ਨੇ ਕੀ ਮਤਲਬ ਉੱਥੋਂ ਜਿਹੜੇ ਵੀ ਆਈ ਹੋਏਗੀ, ਕੋਈ ਸੁਝਾਅ ਆਏ ਹੋਣਗੇ, ਕੋਈ ਡਾਇਰੈਕਸ਼ਨਸ ਆਈਆਂ ਹੋਣਗੀਆਂ, ਉਹਨਾਂ ਨੂੰ ਕੀ ਕੁਝ ਇਹਦੇ ਵਿੱਚ ਲਿੱਤਾ ਕਿ ਨਹੀਂ ਲਿੱਤਾ। ਫਿਰ ਦੂਜੀ ਗੱਲ ਇਹ ਹੈ ਕਿ ਪੰਜਾਬ ਦੀ ਪਾਲਿਸੀ ਨੂੰ ਜੇ ਆਪਾਂ ਦੇਖੀਏ ਤਾਂ ਪੰਜਾਬ ਨੇ ਤਾਂ ਇਹ ਕਲੇਮ ਕੀਤਾ ਹੀ ਹੈ ਕਿ ਜੀ ਅਸੀਂ 2600 ਕਰੋੜ ਰੁਪਇਆ ਪਿਛਲੀ ਪਾਲਿਸੀ ਤੋਂ ਜ਼ਿਆਦਾ ਵਧਾ ਲਿਆ। ਹੁਣ ਜੇ ਕੋਈ ਇਹੋ ਜਿਹੀ ਪਾਲਿਸੀ ਕੋਈ ਸਟੇਟ ਗਵਰਨਮੈਂਟ ਲੈ ਕੇ ਆਈ ਹੈ ਜਿਹਦੇ 'ਚ 2600 ਕਰੋੜ ਰੁਪਏ ਦਾ ਇਜ਼ਾਫਾ ਹੋ ਗਿਆ, ਤਾਂ ਇਹ ਸਾਬਿਤ ਕਰਨਾ ਵੀ ਫਿਰ ਮੁਸ਼ਕਿਲ ਹੋ ਜਾਂਦਾ ਹੈ ਕਿ ਫਿਰ ਤੁਸੀਂ ਮਤਲਬ ਗਲਤ ਕੀ ਕੀਤਾ ਇਹਦੇ ਵਿੱਚ। ਤੁਸੀਂ ਤਾਂ ਸਟੇਟ ਦਾ ਫਾਇਦਾ ਹੀ ਕੀਤਾ ਹੈ। ਉਹ 2600 ਕਰੋੜ ਅਲਟੀਮੇਟਲੀ ਤਾਂ ਖਜ਼ਾਨੇ ਦੇ ਵਿੱਚ ਹੀ ਆਣਾ ਨਾ, ਉਹ ਕਿਸੇ ਦੇ ਹੋਰ ਤਾਂ ਜਾਣਾ ਨਹੀਂ। ਠੀਕ ਹੈ, ਕੁਝ ਉੱਪਰ ਥੱਲੇ ਹੋ ਸਕਦੇ ਨੇ ਚੀਜ਼ਾਂ, ਪਰ ਇਹ ਸਾਬਿਤ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਉੱਥੇ ਦਿੱਕਤ ਇਹੀ ਹੈਗੀ ਹੈ ਵੀ ਜਿਹੜਾ ਕੈਬਨਿਟ ਤੋਂ ਬਾਹਰ ਜਾ ਕੇ ਤੁਸੀਂ ਕੁਝ ਅਪਰੂਵ ਕਰ ਰਹੇ ਹੋ, ਉਹ ਤੁਹਾਨੂੰ ਕਟਗਰੇ 'ਚ ਖੜਾ ਕਰੇਗਾ ਹੀ ਕਰੇਗਾ। ਅੱਛਾ, ਹੁਣ ਤੁਸੀਂ ਦੂਸਰੀ ਜਿਹੜੀ ਉਹਦੇ 'ਚ ਬਿਲਕੁਲ ਠੀਕ ਗੱਲ ਹੈ ਕਿ ਜਿੱਥੇ ਪੈਸਿਆਂ ਦਾ ਲੈਣ ਦੇਣ ਨਾ ਹੋਇਆ ਹੋਵੇ, ਸਾਬਤ ਨਾ ਹੋਵੇ, ਉੱਥੇ ਤੁਸੀਂ ਕੁਝ ਵੀ ਗਲਤ ਅੱਗੇ ਨਹੀਂ ਵਧਾ ਸਕਦੇ। ਹਾਂ, ਜਿਹੜੇ L1 ਲਾਇਸੈਂਸ ਧਾਰਕ ਨੇ, ਹੋਲਡਰ ਨੇ, ਉਹਨਾਂ ਨੂੰ ਦਿੱਲੀ ਦੇ ਵਿੱਚ ਗੋਲ ਗਲੂੰਡੀ ਪਈ ਹੋਈ ਆ, ਉੱਥੋਂ ਨਾ ਕੋਈ ਸੱਪ ਨਿਕਲ ਜੇ, ਇਹ ਡਰ ਜਿਹਾ ਖੌਫ ਜਿਹਾ ਬਣਿਆ ਰਹਿੰਦਾ ਹੈ। ਹੁਣ ਤੁਸੀਂ ਜਾਓ ਸਪੋਕਸਮੈਨ ਵਾਲੀ ਜਿਹੜੀ ਸੁਖਬੀਰ ਬਾਦਲ ਲਈ ਮੁਸ਼ਕਲ ਹੈ ਉਹਦੇ ਤੇ। ਹਾਂ, ਰੰਧਾਵਾ, ਜਿਹੜੀ ਅਬੋਹਰ 'ਚ ਪਰਸੋਂ ਇੱਕ ਰਾਜਸਥਾਨ ਨੂੰ ਪਾਣੀ ਦੇਣ ਦੇ ਖਿਲਾਫ ਅਕਾਲੀ ਦਲ ਨੇ ਉੱਥੇ ਇੱਕ ਧਰਨਾ ਦਿੱਤਾ ਸੀ। ਉਹਦੇ 'ਚ ਸੁਖਬੀਰ ਬਾਦਲ ਹੋਰਾਂ ਨੇ ਮੀਡੀਆ ਦੇ ਉੱਤੇ ਥੋੜਾ ਜਿਹਾ ਅਟੈਕ ਵੀ ਕੀਤਾ ਸੀ, ਇਹ ਕਹਿ ਕੇ ਕਿ ਵੀ ਜਿਹੜੇ ਮੀਡੀਆ ਹਾਊਸਿਸ ਨੇ ਉਹਨਾਂ ਨੂੰ ਸਰਕਾਰਾਂ ਵੱਡੀਆਂ ਐਡਾਂ ਦੇ ਰਹੀਆਂ ਨੇ, ਇਸ ਕਰਕੇ ਉਹ ਸਾਡੀਆਂ ਗੱਲਾਂ ਛਾਪਦਾ ਹੀ ਨਹੀਂ। ਉਹ 'ਚ ਉਹਨਾਂ ਨੇ ਸਪੋਕਸਮੈਨ ਦਾ ਨਾਮ ਲੈ ਕੇ ਜ਼ਿਕਰ ਕੀਤਾ, ਜਿਸ 'ਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਸਾਡੇ ਹੱਕ 'ਚ ਇਸ ਕਰਕੇ ਨਹੀਂ ਆਉਂਦੇ ਕਿ ਇਹਨਾਂ ਨੂੰ ਤਾਂ 25 ਕਰੋੜ ਰੁਪਏ ਮਿਲਦਾ। ਅਗਲੇ ਦਿਨ ਉਹਨਾਂ ਦੇ ਸੰਪਾਦਕ ਜਿਹੜੇ ਹੈਗੇ ਆ ਮਾਲਕ ਨੇ, ਸਾਨੀ ਸਾਹਿਬ, ਉਹਨਾਂ ਨੇ ਪੂਰਾ ਇੱਕ ਵੱਡਾ ਐਡੀਟੋਰੀਅਲ ਲਿਖ ਕੇ ਨਾਲ ਦੀ ਨਾਲ ਚੇਤਾਵਨੀ ਵੀ ਦਿੱਤੀ ਹੈ ਔਰ ਇੱਕ ਤਰ੍ਹਾਂ ਦਾ ਨੋਟਿਸ ਵੀ ਦਿੱਤਾ ਉਹਨਾਂ ਨੇ। ਮੈਨੂੰ ਲੱਗਦਾ ਇੱਕੋ ਤੀਰ ਨਾਲ ਦੋ ਨਿਸ਼ਾਨੇ ਸਾਧ ਗਿਆ ਉਹ, ਜਿਸ 'ਚ ਉਹਨਾਂ ਨੇ ਕਿਹਾ ਵੀ ਇਹ 25 ਕਰੋੜ 'ਚ 100ਵਾਂ ਹਿੱਸਾ ਵੀ ਤੁਸੀਂ ਸਾਬਿਤ ਕਰ ਦਿਓ ਕਿ ਸਾਨੂੰ ਸਰਕਾਰ ਨੇ ਦਿੱਤਾ ਹੈ, ਤੇ ਜਾਂ ਫਿਰ ਤੁਸੀਂ ਇਹ ਮਾਫੀ ਮੰਗੋ। ਇਹ ਗੱਲ ਹੁਣ ਉਹਦੇ ਵਿੱਚ ਆ ਗਈ ਹੈ। ਠੀਕ ਹੈ, ਗੱਲ ਸੁਖਬੀਰ ਬਾਦਲ ਹੋਣਾ ਦੀ ਕਿ ਹੋ ਸਕਦਾ ਕਿ ਅੱਜ ਕਿਸੇ ਬਿਜ਼ਨਸ ਹਾਊਸ, ਮੀਡੀਆ ਹਾਊਸ ਨੂੰ ਕੁਝ ਐਡ ਜ਼ਿਆਦਾ ਮਿਲ ਰਹੀ ਹੋਵੇ ਜਿਹੜੀ ਉਹਨਾਂ ਦੇ ਟਾਈਮ 'ਚ ਨਹੀਂ ਮਿਲਦੀ, ਪਰ ਇਹ ਗੱਲ ਉਹਨਾਂ ਨੂੰ ਵੀ ਯਾਦ ਰੱਖਣੀ ਚਾਹੀਦੀ ਹੈ ਕਿ 10 ਸਾਲ ਤੱਕ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੇ ਵਿੱਚ ਇਹੀ ਜਿਹੜਾ ਗਿਲਾ ਸੀਗਾ, ਇਹ ਸਾਨੀ ਸਾਹਿਬ ਵੀ ਕਰਦੇ ਰਹੇ ਹੈ ਕਿ ਉਹਨਾਂ ਨੂੰ ਉਹਨਾਂ ਦੀ ਸਾਰੀ ਕਿਸਮ ਦੀ ਐਡ, ਛੋਟੇ ਜਿਹੜੇ ਸਰਕਾਰੀ ਟੈਂਡਰ ਨੋਟਿਸ ਹੁੰਦੇ ਨੇ, ਉਹ ਤੱਕ ਵੀ ਬੰਦ ਕਰਤੇ ਸੀ। ਤਾਂ ਜਵਾਬ ਤਾਂ ਸੁਖਬੀਰ ਬਾਦਲ ਨੂੰ ਇੱਥੇ ਜਦੋਂ ਆਪਾਂ ਕਿਸੇ ਤੇ ਉਂਗਲੀ ਚੱਕਦੇ ਹਾਂ ਤਾਂ 4 ਉਂਗਲਾਂ ਆਪਣੇ ਵੱਲ ਵੀ ਆਉਂਦੀਆਂ, ਉੱਥੇ ਉਹਨਾਂ ਵੱਲ ਵੀ ਆਣਗੀਆਂ
ਕਿ ਤੁਸੀਂ ਫਿਰ ਕਿਸੇ ਹੈਸੀਅਤ 'ਚ ਉਹਨਾਂ ਦੀਆਂ ਜਿਹੜੀਆਂ ਐਡ ਬੰਦ ਕਰਕੇ ਰੱਖੀਆਂ, ਔਰ ਖਾਸ ਤੁਸੀਂ ਵੀ ਤਾਂ ਕਿਸੇ ਮੀਡੀਆ ਹਾਊਸ ਨੂੰ ਮਤਲਬ ਚੱਕਿਆ ਹੀ ਹੋਣਾ ਨਾ, ਉਦੋਂ ਤੁਸੀਂ ਉਹਨਾਂ ਦੇ ਨਾਲ ਜ਼ਿਆਦਾ ਖੜੇ ਹੋਵੋਗੇ। ਠੀਕ ਹੈ, ਅੱਜ ਉਹ ਮੀਡੀਆ ਹਾਊਸ ਕਿਸੇ ਹੋਰ ਸਰਕਾਰ ਦੇ ਨਾਲ ਖੜ ਗਿਆ। ਸੋ ਇਹ ਆਪਾਂ ਪਹਿਲਾਂ ਵੀ ਇਹ ਗੱਲ ਕਰ ਰਹੇ ਸੀ ਵੀ ਇਹਦੇ ਤੇ ਕੋਈ ਨੀਤੀਗਤ ਫੈਸਲਾ ਹੋਣਾ ਚਾਹੀਦਾ ਹੈ ਕਿ ਕਿਸ ਅਖਬਾਰ ਨੂੰ ਉਹਦੀ ਸਰਕੂਲੇਸ਼ਨ ਦੇ ਅਨੁਸਾਰ ਜਾਂ ਉਹਦਾ ਜਿੰਨਾ ਉਹਦਾ ਰੁਤਬਾ ਹੈਗਾ ਉਹਦੇ ਅਨੁਸਾਰ ਐਡ ਸਭ ਨੂੰ ਮਿਲ ਕੇ ਦਿੱਤੀ ਜਾਣੀ ਚਾਹੀਦੀ ਹੈ। ਕੋਈ ਇਹ ਨਹੀਂ ਹੋਣਾ ਵੀ ਇੱਕ ਨੂੰ ਤੁਸੀਂ ਸਾਰਾ ਹੀ ਕੁਝ ਦੇ ਦਿਓ ਤੇ ਬਾਕੀ ਤੁਸੀਂ 8-10% ਦੇ ਦਿਓ। ਯਾਨੀ ਇਸ ਮਾਮਲੇ 'ਚ ਕੋਈ ਵੀ ਐ ਨਹੀਂ ਕੋਈ ਸਾਫ਼ ਸੁਥਰਾ ਹੈ, ਸਾਰੇ ਇੱਕੋ ਜਿਹੇ ਨੇ। ਇੱਕ ਜਾਂ ਦੋ ਜਾਂ ਤਿੰਨ ਮੀਡੀਆ ਹਾਊਸਿਸ ਨੂੰ ਆਪਣੇ ਨਾਲ ਲਗਾ ਕੇ ਉਹਨਾਂ ਨੂੰ ਐਡ ਥੋੜੀ ਜ਼ਿਆਦਾ ਦੇ ਦਿੰਦੇ ਆ ਤੇ ਬਾਕੀਆਂ ਨੂੰ ਫਿਰ ਉਹ ਬਿਲਕੁਲ ਹੀ ਉਹ ਕਰਦੇ ਨਕਾਰ ਦਿੰਦੇ ਆ। ਇਹ ਮੈਨੂੰ ਲੱਗਦਾ ਨਹੀਂ ਠੀਕ ਨਹੀਂ ਹੈ। ਇਹ ਮੀਡੀਆ ਨਾਲ ਇੱਕੋ ਤਰ੍ਹਾਂ ਦੀ ਨਜ਼ਰ 'ਚ ਦੇਖਿਆ ਜਾਣਾ ਚਾਹੀਦਾ ਹੈ। ਮੀਡੀਆ ਦੇਖੋ, ਮੀਡੀਆ ਇੱਕ ਸੰਜੇ ਦੀ ਭੂਮਿਕਾ ਨਿਭਾਉਂਦਾ, ਜੋ ਚੀਜ਼ ਦੇਖਦਾ ਉਹੀ ਚੀਜ਼ ਪੇਸ਼ ਕਰਦਾ। ਇਹ ਗੱਲਾਂ ਮਤਲਬ ਹੋਣੀਆਂ ਚਾਹੀਦੀਆਂ ਜੋ ਅੱਜ ਗਿੱਲਾ ਸੁਖਬੀਰ ਬਾਦਲ ਹੋਣੀ ਕਰ ਰਹੇ ਨੇ, ਇਹ ਪੂਰਨੇ ਵੀ ਉਹਨਾਂ ਨੇ ਹੀ ਪਾਏ ਹੋਏ ਆ। ਬਿਲਕੁਲ ਠੀਕ ਹੈ ਭਾਸਕਰ ਸਾਹਿਬ, ਕਿਉਂਕਿ ਹੁਣ ਸਮੇਂ ਦੀ ਕਿੱਲਤ ਹੈ, ਨਹੀਂ ਤੇ ਮੀਡੀਆ ਦੇ ਉੱਤੇ ਤੁਸੀਂ ਭਾਵੇਂ ਅੱਧਾ ਘੰਟਾ ਬੋਲ ਸਕੋ, ਸਾਨੂੰ ਤੁਹਾਡੀ ਸਮਰੱਥਾ ਦਾ ਪੂਰਾ ਗਿਆਨ ਹੈ। ਆਪਾਂ ਜਾਣਦੇ ਹਾਂ ਗਵਰਨਰ ਸਾਹਿਬ ਨੇ ਇੱਕ ਲਿਖਿਆ ਸੀ ਪੱਤਰ, ਜਿਹਦੇ ਵਿੱਚ ਉਹਨਾਂ ਨੇ ਹੋਰ ਸ਼ਿਕਵਿਆਂ ਦੇ ਨਾਲ ਪੰਜਾਬ ਇਨਫੋਟੈਕ ਦੇ ਨਾਮਜ਼ਦ ਕੀਤੇ ਚੇਅਰਮੈਨ GS ਜਵੰਦਾ ਦੇ ਬਾਰੇ ਚ ਵੀ ਟਿੱਪਣੀ ਕੀਤੀ ਸੀ। ਹੁਣ ਉਹਨਾਂ ਜਵੰਦਾ ਸਾਹਿਬ ਨੇ ਕੱਲ ਪੂਰੇ ਰਸਮੋ ਰਿਵਾਜ ਨਾਲ, ਢੋਲ ਢਮੱਕੇ ਨਾਲ, ਫੁੱਲਾਂ ਦੇ ਆਦਾਨ ਪ੍ਰਦਾਨ ਨਾਲ ਦੋ ਮੰਤਰੀਆਂ ਦੀ ਹਾਜ਼ਰੀ 'ਚ ਤਾਜਪੋਸ਼ੀ ਗ੍ਰਹਿਣ ਕਰ ਲਈ ਆ, ਉਹਨਾਂ ਨੇ ਕੁਰਸੀ ਹਾਸਲ ਕਰ ਲਈ ਆ, ਉਹ ਕੁਰਸੀ ਤੇ ਬਹਿ ਗਏ। ਹੁਣ ਇਹਦੇ ਵਿੱਚ ਕੀ ਚੰਗਾ ਤੇ ਕੀ ਮਾੜਾ, ਮੈਂ ਹੁਣ ਇਹਦੇ 'ਚ ਕੀ ਕਹਾਂ, ਤੁਸੀਂ ਕੀ ਕਹਿਣਾ? ਗਵਰਨਰ ਸਾਹਿਬ ਨੇ ਜਿਹੜੀ ਚਿੱਠੀ ਲਿਖੀ ਸੀ, ਉਸ ਚਿੱਠੀ ਦੇ ਵਿੱਚ ਚੇਚੇ ਤੌਰ ਤੇ ਮੇਰੇ ਖਿਆਲ ਨਾਲ ਦੂਜੇ ਪੈਰੇ ਦੇ ਵਿੱਚ ਜ਼ਿਕਰ ਕੀਤਾ ਸੀਗਾ GS ਜਵੰਦਾ ਉਹਨਾਂ ਦਾ, ਕਿ ਵੀ ਜਿਨ੍ਹਾਂ ਨੂੰ ਤੁਸੀਂ ਇਨਫੋਟੈਕ ਦਾ ਚੇਅਰਮੈਨ ਲਾਇਆ, ਇਹ ਕਿਡਨੈਪਿੰਗ ਦੇ ਕੇਸ ਤੇ ਲੈਂਡ ਗ੍ਰੈਬਿੰਗ ਦੇ ਕੇਸ ਦੇ ਵਿੱਚ ਇਨਵੋਲਵ ਹੈਗੇ ਨੇ। ਔਰ ਮੈਨੂੰ ਪੂਰੀ ਡਿਟੇਲ ਦਿੱਤੀ ਜਾਏ ਕਿ ਇਹਨਾਂ ਦੇ ਕੇਸਾਂ ਦਾ ਕੀ ਬਣਿਆ ਹੈ, ਕੀ ਡਿਟੇਲ ਹੈਗੀ ਹੈ। ਸਰਕਾਰ ਨੇ ਉਹਦਾ ਜਵਾਬ ਤੇ ਨਹੀਂ ਦਿੱਤਾ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਸਿਰਫ ਇਹ ਟਵੀਟ ਛੱਡ ਕੇ ਕੰਮ ਕਰਤਾ ਸੀਗਾ ਪੂਰਾ ਕਿ ਮੈਂ 3 ਕਰੋੜ ਪੰਜਾਬੀਆਂ ਨੂੰ ਅਕਾਊਂਟੇਬਲ ਹੈਗਾ, ਉਹਨਾਂ ਨੂੰ ਜਵਾਬਦੇਹੀ ਹੈਗਾ, ਗਵਰਨਰ ਸਾਹਿਬ ਨੂੰ ਨਹੀਂ। ਪਰ ਹੁਣ ਗਵਰਨਰ ਸਾਹਿਬ ਨੂੰ ਉਸ ਲੈਟਰ ਤੋਂ ਬਾਅਦ ਜਵਾਬ ਨਾ ਦੇ ਕੇ ਹੁਣ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਦ ਦੋ ਵੱਡੇ ਮੰਤਰੀ ਹਰਪਾਲ ਚੀਮਾ ਉਹਨਾਂ ਤੇ ਅਮਨ ਅਰੋੜਾ ਉਹ ਇਨਫੋਟੈਕ ਦੇ ਚੇਅਰਮੈਨ ਨੂੰ ਗੱਦੀ ਜਾਂ ਕੁਰਸੀ ਤੇ ਬਿਠਾਉਣ ਵਾਸਤੇ ਪਹੁੰਚ ਜਾਂਦੇ ਨੇ, ਜਵੰਦਾ ਸਾਹਿਬ ਆਪਣੀ ਕੁਰਸੀ ਵੀ ਸੰਭਾਲਦੇ ਨੇ ਔਰ ਉਹਨਾਂ ਦੀ ਤਾਰੀਫ ਵੀ ਕਰਦੇ ਨੇ। ਹੁਣ ਗਵਰਨਰ ਸਾਹਿਬ ਨੂੰ ਕਿੰਨਾ ਕੁ ਗੁੱਸਾ ਚੜਿਆ ਹੋਏਗਾ ਇਸ ਗੱਲ ਦੇ ਉੱਤੇ, ਉਹ ਤੇ ਪਤਾ ਨਹੀਂ। ਹੁਣ ਕੋਈ ਚਿੱਠੀ ਦੇ ਰੂਪ ਵਿੱਚ ਕੋਈ ਹੋਰ ਗੱਲ ਅੱਗੇ ਨਿਕਲ ਕੇ ਆਉਂਦੀ ਹੈ। ਅੱਗੇ ਹੀ ਉਹ 7-8 ਤਰੀਕ ਨੂੰ ਇੱਕ ਪੇਟੀਆਂ ਬੰਨ ਕੇ ਉਹ ਤਿਆਰ ਨੇ ਗਵਰਨਰ ਸਾਹਿਬ ਬਾਰਡਰ ਏਰੀਆ ਦੇ ਵਿਜ਼ਿਟ ਕਰਨ ਵਾਸਤੇ, ਔਰ ਉੱਥੇ ਜਾ ਕੇ ਇਹਨਾਂ ਗੱਲਾਂ ਦਾ ਵੀ ਕੋਈ ਜ਼ਿਕਰ ਹੋਏਗਾ ਕਿ ਨਹੀਂ, ਇਹ ਵੀ ਦੇਖਣ ਵਾਲੀ ਗੱਲ ਹੈ। ਪਰ ਫਿਲਹਾਲ ਜਵੰਦਾ ਸਾਹਿਬ ਨੇ ਚਾਰਜ ਸੰਭਾਲ ਲਿਆ। ਗਵਰਨਰ ਸਾਹਿਬ ਦੀ ਚਿੱਠੀ ਨਾ ਜਵਾਬ ਦੇਣ ਤੋਂ ਬਾਅਦ ਹੁਣ ਉਸ ਚਿੱਠੀ ਦੀ ਵਾਸਤੇ ਕੋਈ ਗੱਲ ਵੀ ਕੀਤੀ ਹੋਏ, ਇਹ ਵੀ ਨਜ਼ਰ ਨਹੀਂ ਆਉਂਦਾ। ਔਰ ਖਾਸ ਕਰਕੇ ਕਟਾਰੂ ਚੱਕ ਉਹਨਾਂ ਦਾ ਉਹ ਮਾਮਲਾ ਜਿਹਦੀ ਸੀ ਕਹਿੰਦੇ ਟੇਪਾਂ ਕਹਿ ਲਓ ਜਾਂ ਉਹ ਜਿਹੜੀ ਪੈਨ ਡਰਾਈਵ ਹੈਗੀ ਹੈ, ਉਹਦੇ ਉੱਤੇ ਵੀ ਸਰਕਾਰ ਨੇ ਹਜੇ ਤੱਕ ਬਹੁਤਾ ਐਕਸ਼ਨ ਨਹੀਂ ਲਿਆ ਸਿਵਾਏ SIT ਬਣਾਉਣ। ਜੀ ਇੰਦਰਪ੍ਰੀਤ ਜੀ, ਤੁਹਾਡਾ ਉੱਥੇ ਗੇੜਾ ਗੂੜਾ ਵੱਜਦਾ ਰਹਿੰਦਾ ਹੈ ਸੱਤਾ ਦੇ ਗਲਿਆਰਿਆਂ ਦੇ ਵਿੱਚ। ਗਵਰਨਰ ਸਾਹਿਬ ਨਾਲ ਕੋਈ ਥੱਲੇ ਵਾਲਾ ਚੈਨਲ ਚੱਲਣਾ ਸ਼ੁਰੂ ਹੋ ਗਿਆ? ਵੈਸੇ ਤਾਂ ਪ੍ਰਿੰਸੀਪਲ ਸੈਕਟਰੀ ਉਦੋਂ ਬਦਲਤੇ ਸੀ ਗਵਰਨਰ ਸਾਹਿਬ ਦੇ, ਔਰ ਹੁਣ ਵਾਲੇ ਜਿਹੜੇ ਉਹ ਕਾਫੀ ਲਿਖਣ ਪੜ੍ਹਨ ਵਾਲੇ ਨੇ। ਕੇ ਸ਼ਿਵਾ ਪ੍ਰਸਾਦ ਹੈ ਨਾ ਉਹਨਾਂ ਦਾ, ਜਿਹੜੇ ਪ੍ਰਿੰਸੀਪਲ ਸੈਕਟਰੀ ਆ, ਉਹ ਇੱਕ ਕਿਤਾਬ ਵੀ ਉਹਨਾਂ ਨੇ ਹੁਣ ਰਿਲੀਜ਼ ਕੀਤੀ ਆ ਆਪਣੀ ਭਾਸ਼ਾ ਦੇ ਵਿੱਚ, ਕਿਸੇ ਦੂਜੀ ਸਟੇਟ 'ਚ ਮੈਂ ਦੇਖਿਆ ਗਏ ਸੀ। ਔਰ ਉਹ ਮੇਰਾ ਖਿਆਲ ਪੁਲ ਜਿਹਾ ਚੱਲਣ ਲੱਗ ਪਿਆ, ਜਿਹੜਾ ਥੱਲੇ ਚੈਨਲ ਚੱਲਦਾ ਹੁੰਦਾ ਮੁੱਖ ਮੰਤਰੀ ਤੇ ਗਵਰਨਰ 'ਚ। ਹੋ ਸਕਦਾ ਇਹਦੇ ਸੰਬੰਧੀ ਜਾਣਕਾਰੀ ਦੇ ਆਏ ਹੁਣ, ਹਲਕਾ ਜਿਹਾ ਟੱਚ ਕਰ ਦਿਓ ਵੀ ਅੱਗੇ ਨਾਲੋਂ ਰਸਮੋ ਰਿਵਾਜ ਚਾਹ ਚੁ ਪੀਣੀ ਵਧੀ ਹੈ ਕਿ ਨਹੀਂ ਵਧੀ। ਗਵਰਨਰ ਸਾਹਿਬ ਬਾਕੀ ਮੁੱਦਿਆਂ ਦੇ ਉੱਤੇ ਹੁਣ ਸ਼ਾਂਤ ਜੇ ਰਹਿੰਦੇ ਨੇ, ਜਾਂ ਫਿਰ ਕੇਂਦਰ ਨੇ ਕਿਹਾ ਵੀ ਪੰਜਾਬ ਵਾਲੇ ਮਾਮਲੇ 'ਚ ਭਗਵੰਤ ਮਾਨ ਸਾਹਿਬ ਨਾਲ ਜਰਾ ਆਪਾਂ ਠੀਕ ਠਾਕ ਚੱਲਣਾ ਹੈ, ਕੋਈ ਗੱਲ ਨਹੀਂ, ਇੱਕ ਸਟੇਟ ਛੱਡ ਵੀ ਲੈਨੇ ਆ। ਤੇ ਨਾਲ ਦੂਜਾ ਮਾਮਲਾ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਆਪਣੇ ਤੇ ਹੈ ਨਹੀਂ ਸੀ, 9 ਹੋਰ ਹੈ ਨਹੀਂ ਸੀਗੇ, ਉਹਦੇ ਵੀ ਅਰਥ ਸਮਝਾ ਦਿਓ। ਸਾਡੇ ਗਵਾਂਢੀ ਮੈਨੂੰ ਲੱਗਦਾ ਉਹਨਾਂ ਨੇ ਕੁਝ ਨਾ ਕੁਝ ਖੱਟ ਹੀ ਜਾਣਾ। ਬਿਲਕੁਲ, ਦੇਖੋ ਗਵਰਨਰ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਚੱਲ ਰਿਹਾ ਵਿਵਾਦ ਹੈ ਉਹ ਤਾਂ ਹਜੇ ਤੱਕ ਸ਼ਾਂਤੀ ਹੈ। ਔਰ ਹੁਣ ਪਤਾ ਇਹ 6 ਤੇ 7 ਜੂਨ ਨੂੰ ਲੱਗਣਾ ਹੈ, ਜਦੋਂ ਉਹਨਾਂ ਨੇ ਦੁਬਾਰਾ ਜਾਣਾ ਹੈਗਾ ਉਧਰਲੇ ਪਾਸੇ, ਕੀ ਨਾਮ ਹੈ, ਜਦੋਂ ਸੀਮਾਵਰਤੀ ਜਿਹੜੇ ਜ਼ਿਲ੍ਹੇ ਹੈਗੇ ਆ ਉੱਥੇ ਜਾਣਾ, ਉਦੋਂ ਪਤਾ ਚੱਲੇਗਾ ਕਿ ਕੀ ਸਟੇਟਮੈਂਟਸ ਦਿੰਦੇ ਆ। ਫਿਰ ਅੰਦਾਜ਼ਾ ਹੋਏਗਾ ਕਿ
ਜਿਹੜਾ ਉਹ ਲਿਹਾਜ਼ ਹੁਣ ਸ਼ੁਰੂ ਹੋਇਆ ਹੈ ਕਿ ਉਹ ਚੱਲੇਗਾ ਕਿ ਨਹੀਂ ਚੱਲੇਗਾ। ਤਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਨੀਤੀ ਆਯੋਗ ਦੀ, ਨੀਤੀ ਆਯੋਗ 'ਚ ਦੇਖੋ ਆਪਾਂ ਕੱਲ ਵੀ ਇਹ ਗੱਲ ਕਰ ਰਹੇ ਸੀਗੇ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਜਾ ਕੇ ਆਪਣਾ ਉਹ ਪੱਖ ਜ਼ਰੂਰ ਰੱਖਣਾ ਚਾਹੀਦਾ ਹੈ ਜਿਹਦੇ ਵਿੱਚ ਜਿਹੜੇ ਕਰਕੇ ਅਸੀਂ ਪਰੇਸ਼ਾਨ ਆ। ਮਤਲਬ 3600 ਕਰੋੜ ਰੁਪਏ ਸਾਨੂੰ RDF ਦਾ ਨਹੀਂ ਮਿਲ ਰਿਹਾ, 1200 ਕਰੋੜ ਸਾਨੂੰ NHM ਦਾ ਨਹੀਂ ਮਿਲ ਰਿਹਾ, GST ਦਾ ਮੁਆਵਜ਼ਾ ਨਹੀਂ ਮਿਲ ਰਿਹਾ। ਇਸ ਤਰ੍ਹਾਂ ਦੇ ਬਹੁਤ ਸਾਰੇ ਮਸਲੇ ਨੇ ਜਿਹਦੇ ਕਰਕੇ ਸਾਨੂੰ ਵਿੱਤੀ ਸੰਕਟ ਖੜਾ ਹੋ ਸਕਦਾ। ਔਰ ਇਸ ਦੇ ਉੱਤੇ ਬਾਹਰ ਰਹਿ ਕੇ ਗੱਲ ਕਰਨੀ ਅਲੱਗ ਗੱਲ ਹੈ, ਅੰਦਰ ਜਾ ਕੇ ਉਸ ਪਲੇਟਫਾਰਮ ਦੇ ਉੱਤੇ ਗੱਲ ਕਰਨੀ, ਆਪਣੀ ਗੱਲ ਨੂੰ ਰਿਕਾਰਡ ਤੇ ਲੈ ਕੇ ਆਣਾ, ਇਹ ਇੱਕ ਅਲੱਗ ਹੈ। ਦੇਖੋ ਇਹ ਫੈਸਲਾ ਜਦੋਂ ਹੋਇਆ ਬਹੁਤ ਸਾਰੇ ਜਿਹੜੇ ਨਾਨ BJP ਸਰਕਾਰਾਂ ਹੈਗੀਆਂ ਨੇ ਉਹਨਾਂ ਦੇ ਚੀਫ ਮਿਨਿਸਟਰ ਨਹੀਂ ਗਏ। ਕਾਂਗਰਸ ਦੇ ਵੀ ਮੈਨੂੰ ਲੱਗਦਾ ਕਾਂਗਰਸ ਨੇ ਸ਼ਾਇਦ ਕੋਈ ਵਿੱਚ ਵਿਚਾਲਾ ਵਾਲਾ ਤਰੀਕਾ ਜਿਹਾ ਅਪਣਾਇਆ। ਉਹਨਾਂ ਦੀਆਂ ਦੋ ਸਟੇਟਾਂ ਜਿਹੜੀਆਂ ਹੈਗੀਆਂ ਨੇ ਕਰਨਾਟਕ ਔਰ ਰਾਜਸਥਾਨ ਦੇ ਚੀਫ ਮਿਨਿਸਟਰ ਤਾਂ ਨਹੀਂ ਗਏ, ਪਰ ਛੱਤੀਸਗੜ੍ਹ ਤੇ ਜਿਹੜੇ ਹਿਮਾਚਲ ਵਾਲੇ ਹੈ ਇਹ ਦੋਨੋਂ ਗਏ ਔਰ ਦੋਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਆਪਣੇ ਇਸ਼ੂਜ਼ ਉਠਾ ਲਏ। ਖਾਸ ਤੌਰ ਤੇ ਦੇਖੋ ਇਹ ਸਾਡੇ ਲਈ ਵੀ ਉਨਾ ਹੀ ਇਸ਼ੂ ਇੰਪੋਰਟੈਂਟ ਹੈ। ਜਦੋਂ ਅਸੀਂ ਪੁਰਾਣੀ ਪੈਨਸ਼ਨ ਲਾਗੂ ਕਰਨ ਲਈ NPS ਦਾ ਪੈਸਾ ਮੰਗ ਰਹੇ ਹਾਂ ਗਵਰਨਮੈਂਟ ਆਫ ਇੰਡੀਆ ਤੋਂ, ਉੱਥੇ ਸਾਨੂੰ ਨਹੀਂ ਦੇ ਰਹੇ। ਇਸੇ ਤਰ੍ਹਾਂ ਹੀ ਜਿਹੜਾ ਹੈਗਾ ਉਹ ਹਿਮਾਚਲ ਵੀ ਮੰਗ ਰਿਹਾ, ਹਿਮਾਚਲ ਪ੍ਰਦੇਸ਼ ਵੀ ਕਹਿ ਰਿਹਾ ਹੈ ਕਿ ਸਾਨੂੰ ਜਿਹੜਾ NPS ਦਾ ਪੈਸਾ ਹੈਗਾ ਉਹ ਦਿੱਤਾ ਜਾਏ। ਉੱਥੇ ਉਹਨੇ ਉਸ ਪਲੇਟਫਾਰਮ ਨੂੰ ਯੂਜ਼ ਕਰਕੇ ਇਹ ਆਪਣੀ ਮੰਗ ਰੱਖ ਲਈ ਹੈ ਤੇ ਮੇ ਵੀ ਉਹਨਾਂ ਨੇ ਉੱਥੇ ਇਹ ਵੀ ਕਿਹਾ ਹੋਇਆ ਵੀ ਅਸੀਂ ਸਾਡੇ ਕਰਮਚਾਰੀ ਜਿਹੜੇ ਹੈਗੇ ਆ ਉਹਨਾਂ ਨੂੰ ਇਹਦਾ ਫਾਇਦਾ ਹੋ ਗਿਆ। ਤੇ ਇਹਦਾ ਦੇਖੋ BJP ਵੀ ਹੁਣ ਇਹਦੇ ਬਾਰੇ ਸੋਚਣ ਲੱਗੀ, ਕੁਝ ਸਟੇਟ ਗਵਰਨਮੈਂਟਾਂ ਜਿਹੜੀਆਂ ਹੈਗੀਆਂ ਨੇ ਉਹ ਸੋਚਣ ਲੱਗੀਆਂ ਨੇ ਕਿ ਇਹਦਾ ਕੋਈ ਹੋਰ ਕੀ ਵਿੱਚ ਵਿਚਾਲਾ ਨਿਕਲ ਸਕਦਾ ਰਾਹ ਜਾ। ਇਸੇ ਤਰ੍ਹਾਂ ਹੀ ਉਹਨਾਂ ਨੇ ਆਪਣੇ ਰੁਕੇ ਹੋਏ GST ਦਾ ਇਸ਼ੂ ਵੀ ਉਠਾਇਆ। ਪਰ ਜਿਹੜਾ ਛੱਤੀਸਗੜ੍ਹ ਵਾਲੇ ਚੀਫ ਮਿਨਿਸਟਰ ਹੈਗੇ ਆ ਭੁਪੇਸ਼ ਬਘੇਲ ਨੇ, ਉਹਨਾਂ ਨੇ ਉਹ ਗੱਲ ਰੱਖੀ ਹੈ ਜਿਹੜੀ ਗੱਲਾਂ ਭਗਵੰਤ ਮਾਨ ਹੁਣੀ ਬਾਹਰ ਕਰਦੇ ਰਹਿੰਦੇ ਆ। ਅਸੀਂ ਜਾਂ ਉਹ ਸਾਰੀਆਂ ਸਟੇਟਾਂ 'ਚ ਇਸ ਟਾਈਮ ਘੁੰਮ ਕੇ ਕਰ ਰਹੇ ਜਿਹੜੀ ਗੱਲ, ਉਹ ਗੱਲ ਉਹਨਾਂ ਨੇ ਉਸ ਪਲੇਟਫਾਰਮ ਤੇ ਰੱਖੀ ਹੈ ਕਿ ਤੁਸੀਂ ਰਾਜਾਂ ਨੂੰ ਉਹਨਾਂ ਦੇ ਜਿਹੜੇ ਬਣਦੇ ਅਧਿਕਾਰ ਨੇ ਉਹਨਾਂ ਤੋਂ ਵੰਚਿਤ ਨਹੀਂ ਕਰ ਸਕਦੇ, ਉਹ ਤੁਹਾਨੂੰ ਦੇਣੇ ਹੀ ਚਾਹੀਦੇ ਨੇ। ਮੈਂ ਕੱਲ ਵੀ ਤੁਹਾਨੂੰ ਇਹ ਗੱਲ ਕਹੀ ਸੀ ਕਿ ਇਹ ਬਹੁਤ ਵੱਡਾ ਪਲੇਟਫਾਰਮ ਹੁੰਦਾ ਹੈ ਜਿੱਥੇ ਸਾਰੀਆਂ ਸਟੇਟਾਂ ਦੇ ਚੀਫ ਮਿਨਿਸਟਰ, ਨੀਤੀ ਆਯੋਗ ਦੇ ਚੇਅਰਮੈਨ, ਪ੍ਰਧਾਨ ਮੰਤਰੀ ਖੁਦ, ਡਿਫੈਂਸ ਮਿਨਿਸਟਰ, ਹੋਰ ਵੱਡੇ ਜਿਹੜੇ ਮਿਨਿਸਟਰ ਨੇ, ਹੋਮ ਮਿਨਿਸਟਰ ਹੈ ਚਾਹੇ ਫਾਈਨਾਂਸ ਮਿਨਿਸਟਰ ਨੇ, ਉਹ ਬੈਠੇ ਹੁੰਦੇ ਆ। ਉੱਥੇ ਮੈਨੂੰ ਲੱਗਦਾ ਕਿ ਇਹ ਗੱਲ ਰੱਖਣੀ ਬਹੁਤ ਜ਼ਰੂਰੀ ਸੀਗੀ ਜਿਹਨੂੰ ਅਸੀਂ ਖੁੰਝ ਗਏ। ਤੇ ਇਹ ਭੁਪੇਸ਼ ਬਘੇਲ ਤੇ ਸੁਖਵਿੰਦਰ ਸੁੱਖੂ ਨੇ ਉਹਨਾਂ ਨੂੰ ਆਪਣੀ ਸਟੇਟਾਂ ਦਾ ਮੈਨੂੰ ਲੱਗਦਾ ਜ਼ਿਆਦਾ ਫਿਕਰ ਹੈ ਔਰ ਉਹਨਾਂ ਨੇ ਉਸ ਫਿਕਰਮੰਦੀ 'ਚ ਇਹ ਗੱਲ ਭੁਲਾ ਕੇ ਕਿ ਹਾਂ ਸਾਡੀ ਪਾਰਟੀ ਦਾ ਕੀ ਡਿਸੀਜਨ ਹੋਏਗਾ ਕਿ ਉਹ ਜਾਣਾ ਕਿ ਨਹੀਂ ਜਾਣਾ, ਜਾਂ ਤਾਂ ਮੈਨੂੰ ਲੱਗਦਾ ਕਿ ਕਾਂਗਰਸ ਨੇ ਉਹਨਾਂ ਦੇ ਵਿਵੇਕ ਤੇ ਹੀ ਛੱਡਤਾ ਹੋਏਗਾ ਕਿ ਵੀ ਤੁਸੀਂ ਖੁਦ ਹੀ ਫੈਸਲਾ ਲੈ ਲਓ ਕਿ ਤੁਸੀਂ ਜਾਣਾ ਕਿ ਨਹੀਂ। ਤਾਂ ਉਹ ਆਪਣੀ ਸਟੇਟ ਦੀਆਂ ਗੱਲਾਂ ਉੱਥੇ ਰੱਖ ਆਏ ਆ ਜੀ। ਇਹ 'ਚ ਕੋਈ ਸ਼ੱਕ ਨਹੀਂ ਕਿ ਹਿਮਾਚਲ ਦੇ ਮੁੱਖ ਮੰਤਰੀ ਕਾਫੀ ਕੁਝ ਸਿਖਾ ਰਹੇ ਨੇ, ਉਹ ਐਗਜ਼ਾਮਪਲ ਸੈੱਟ ਕਰ ਰਹੇ ਆ। ਉਹ ਸਾਡੇ ਮੁੱਖ ਮੰਤਰੀ ਨੂੰ ਵੀ ਮਿਲ ਕੇ ਗਏ ਸੀ ਤੇ ਆਪਣੀ ਸਟੇਟ ਦੇ ਮਾਮਲੇ ਰੱਖ ਗਏ ਸੀ। ਉਹਨਾਂ ਨੇ ਆਉਂਦੇ ਸੈਸ ਵੀ ਲਾਤਾ, ਉਹਨਾਂ ਨੇ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਉਹਦੇ ਲਾਗੂ ਕਰਨ ਦਾ ਐਲਾਨ ਵੀ ਕਰਤਾ। ਭਾਵੇਂ ਐਲਾਨ ਤੋਂ ਵੱਧ ਵੀ ਹੁਣ ਉਹ ਲੜ ਵੀ ਰਹੇ ਨੇ, ਲੇਕਿਨ ਵੱਖ-ਵੱਖ ਮੌਕੇ ਸ਼ਾਨਨ ਪ੍ਰੋਜੈਕਟ ਵਾਲਾ ਮਾਮਲਾ ਉਹਨਾਂ ਨੇ ਟਿੰਡ 'ਚ ਕਰਨਾ ਪਾ ਹੀ ਦਿੱਤਾ। ਸੋ ਆਪਣੀ ਸਟੇਟ ਲਈ ਲੜਨਾ ਹੋਰ ਚੀਜ਼ ਹੈ ਤੇ ਪੋਲੀਟੀਕਲੀ ਲੜਨਾ ਹੋਰ ਚੀਜ਼ ਹੈ। ਜਦੋਂ ਤੁਸੀਂ ਚੁਣੇ ਜਾਂਦੇ ਹੋ ਫਿਰ ਤੁਸੀਂ ਸਟੇਟ ਦੇ ਹੈੱਡ ਹੋਣ ਦੀ ਹੈਸੀਅਤ 'ਚ ਹਰ ਨਾਗਰਿਕ ਦੇ ਨਜ਼ਰੀਏ ਤੋਂ ਗੱਲ ਕਰਨੀ ਹੈ। ਕੁਝ ਵੀ ਕਿਧਰੇ ਸਟੇਟ ਲਈ ਲੈ ਆਓ, ਫਾਇਦੇਮੰਦ ਹੀ ਹੁੰਦਾ। ਸੋ ਇਹ ਲੜਾਈ ਕਿਸੇ ਦੇ ਵਿਰੁੱਧ ਨਹੀਂ ਹੁੰਦੀ, ਇਹ ਆਪਣੇ ਆਪ ਲਈ ਹੁੰਦੀ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।